ਤਾਂ ਜਿਹੜੀ ਅਗਲੀ ਤਸਵੀਰ ਦਿਖਾ ਰਿਹਾ ਉਹ ਉਹਨਾਂ ਨੂੰ ਚੰਗੀ ਨਹੀਂ ਲੱਗਣੀ। ਉਹਨਾਂ ਦਾ ਸ਼ਾਇਦ ਮਕਸਦ ਜਿਹੜਾ ਉਹ ਪੂਰਾ ਨਾ ਹੋਵੇ। ਕੈਮਰਾ ਘੁਮਾਇਆ ਜਾਵੇ। ਦੋ ਸ਼ਖਸ ਜਿਹੜੇ ਇਸ ਸੰਘਰਸ਼ ਦੇ ਵਿੱਚ ਪਹਿਲੇ ਦਿਨੋਂ ਨਾਲ ਤਾਂ ਚੱਲ ਹੀ ਰਹੇ ਆ, ਦਿਨ ਰਾਤ ਲੱਗੇ ਹੋਏ ਆ। ਦੀਪ ਸਿੱਧੂ, ਲੱਖਾ ਸਿਧਾਣਾ ਦੋਨੋਂ ਸਾਡੇ ਨਾਲ ਨੇ ਔਰ ਦੋਵੇਂ ਇਕੱਠੇ ਦੇਖ ਕੇ ਤੁਹਾਨੂੰ ਜਿਹੜੇ ਸੰਘਰਸ਼ ਦੇ ਹੱਕਦਾਰ ਨੇ ਉਹ ਖੁਸ਼ੀ ਬਹੁਤ ਹੋਈ ਹੋਣੀ ਹੈ। ਸਵਾਗਤ ਹੈ ਜੀ ਦੋਨਾਂ ਦਾ ਔਨ 에ਅਰ ਤੇ। ਧੰਨਵਾਦ ਭਾਈ। ਕੱਲ ਇੱਕ ਇੰਟਰਵਿਊ ਆਪਣਾ ਹੁੰਦਾ ਹੈ, ਉਸ ਤੋਂ ਬਾਅਦ ਬਹੁਤ ਚਰਚਾ 'ਚ ਦੀਪ ਸਿੱਧੂ ਆ ਜਾਂਦੇ ਆ, ਫਿਰ ਹੋਰ ਬਹੁਤ ਇੰਟਰਵਿਊਜ਼ ਹੋ ਜਾਂਦੇ ਆ। ਦੀਪ ਗੱਦਾਰ ਹੋ ਗਿਆ, ਦੀਪ RSS ਦਾ ਬੰਦਾ ਹੈ, ਦੀਪ ਨੂੰ ਸੈਂਟਰ ਨੇ ਖਰੀਦ ਲਿਆ, ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਅੱਜ ਮੋੜਾ ਪਾਇਆ ਫਿਰ ਉਸ ਗੱਲ ਦਾ? ਹਾਂ, ਅੱਜ ਮੋੜਾ ਪਾਉਣਾ ਹੀ ਪੈਣਾ ਸੀ ਜੀ। ਗੱਲ ਐ ਆ ਵੀ ਮੈਂ ਪਹਿਲਾਂ ਵੀ ਇਹ ਗੱਲ ਕਰਕੇ ਹਟਿਆ ਵੀ ਜਿਸ ਤਰ੍ਹਾਂ ਦੀਆਂ ਗੱਲਾਂ ਮੇਰੇ ਤੱਕ ਪਹੁੰਚੀਆਂ, ਜਿਵੇਂ ਲਾਲ ਰੰਗ 'ਚ ਸਲੋਗਨ ਲਿਖੇ ਹੋਏ ਆ ਕੰਧਾਂ ਤੇ ਜਿਵੇਂ ਸਾਡਾ ਇੱਕ ਕਾਮਰੇਡ ਲਾਣਾ ਇੱਥੇ ਐਕਟਿਵ ਹੋਇਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਬੰਦੇ ਮਰਾ ਕੇ ਨਾ ਕੁਛ ਆਪਦੀ ਸਿਆਸਤ ਸਿਰ ਚਲਾਂਗੇ। ਉਸ ਗੱਲ ਨੂੰ ਮੈਂ ਕਿਤੇ ਬਾਹਲੀ ਅਹਿਮੀਅਤ ਦੇ ਗਿਆ ਤੇ ਜਿਹੜੀ ਗੱਲ ਹਮੇਸ਼ਾ ਆਪਾਂ ਕਰਦੇ ਆ ਰਹੇ ਹਾਂ ਤੇ ਅੱਜ ਵੀ ਉਸੇ ਗੱਲ 'ਚ ਵਾਪਸ ਆ ਗਏ ਆ ਵੀ ਵਾਹਿਗੁਰੂ ਦੀ ਕਲਾ ਵਾਪਰੀ ਹੈ। ਜਿਹੜਾ ਇਹ ਹੋਇਆ ਇਹ ਉਹਦੀ ਅਗਵਾਈ ਤੋਂ ਬਿਨਾਂ ਨਹੀਂ ਹੋਇਆ, ਕਿਉਂਕਿ ਮੈਂ ਤਾਂ ਆਪ ਅੱਗੇ ਸੀ ਤੇ ਜਦੋਂ ਉਦੋਂ ਬੈਰੀਕੇਡ ਤੋੜਦੇ ਆ ਰਹੇ ਸੀ ਤੇ ਦਿੱਲੀ ਵੱਲ ਨੂੰ ਵੱਧਦੇ ਜਾ ਰਹੇ ਸੀ, ਸਾਨੂੰ ਆਪ ਨਹੀਂ ਪਤਾ ਸੀ ਉਹ ਸਾਡੇ ਅੰਦਰ ਸਪਿਰਿਟ ਕਿੱਥੋਂ ਆਈ, ਹਨਾ, ਉਹੋ ਜਿਹਾ ਜਜ਼ਬਾ ਕਿੱਥੋਂ ਆਇਆ। ਸੋ ਉਹ ਕਿਤੋਂ ਵਾਹਿਗੁਰੂ ਵੱਲੋਂ ਹੀ ਸਾਡੇ ਅੰਦਰ ਆਉਂਦਾ ਤੇ ਉੱਥੇ ਹੀ ਵਾਪਸ ਲੀਨ ਹੋ ਜਾਂਦੀ ਹੈ ਗੱਲ। ਤੇ ਇਹ ਗੱਲ 'ਚ ਮੈਨੂੰ ਬਹੁਤ ਵੱਡੀ ਇਸ ਕਰਕੇ ਜਿਹੜੇ ਟਰੈਕਟਰ ਤੇ ਮੈਂ ਬੈਠਾ ਸੀ ਉਹ ਮੈਂ ਗੱਲ ਕੀਤੀ ਵੀ ਵਾਰ-ਵਾਰ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਸੀ ਅੱਗੇ। ਅੱਛਾ। ਤੇ ਉਹ ਘੁੰਮੀ ਜਾਂਦੀ ਸੀ ਉਹ, ਹਨਾ, ਤੇ ਉਹ ਮੈਂ ਜਦੋਂ ਚੱਲਦਾ ਸੀ ਟਰੈਕਟਰ ਤੋਂ, ਕਿਉਂਕਿ ਚੱਲਦੇ ਤੇ ਬੈਠਾ ਤੇ ਉਹ ਘੁੰਮੀ ਜਾਂਦੀ ਸੀ, ਉਦੋਂ ਤਾਂ ਨਹੀਂ ਦਿਖੀ। ਤੇ ਉਸੇ ਟਰੈਕਟਰ ਤੇ ਸਟੇਜ ਲੱਗਦੀ ਆ ਜਾ ਕੇ। ਬਹੁਤ ਵੱਡੀ ਗੱਲ ਆ ਇਹ ਜੇ ਆਪਦੇ ਆਪ 'ਚ ਦੇਖੋ। ਇਹਦਾ ਮਤਲਬ ਸ਼ਹੀਦ ਸਿੰਘਾਂ ਦਾ ਪਹਿਰਾ ਤੇ ਵਾਹਿਗੁਰੂ ਦੀ ਅਗਵਾਈ 'ਚ, ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਇਹ ਵਰਤਾਰਾ ਵਾਪਰ ਰਿਹਾ। ਪਰ ਉਕਾਈ ਕਿੱਥੇ ਹੁੰਦੀ ਹੈ ਜਦੋਂ ਉਹ ਸਾਰੀਆਂ ਗੱਲਾਂ ਮੇਰੇ ਤੱਕ ਪਹੁੰਚਦੀਆਂ ਵੀ ਉਹਨਾਂ ਦਾ ਇੱਕ ਸੈੱਟ ਡਿਜ਼ਾਈਨ ਆ, ਫਾਰਮੂਲਾ ਵੀ ਇੱਕ ਸਮੂਹਕ ਕਤਲੇਆਮ 'ਚੋਂ ਕੁਛ ਇਨਕਲਾਬ ਨਿਕਲਦਾ। ਜੇ ਉੱਥੇ ਸਾਡੇ ਬੰਦਿਆਂ ਨੂੰ ਯੂਜ਼ ਕਰਦੇ ਆ ਜਾਂ ਸਾਡੇ ਬੰਦਿਆਂ ਦਾ ਨੁਕਸਾਨ ਹੁੰਦਾ ਤੇ ਇੱਕ ਸੰਵੇਦਨਸ਼ੀਲਤਾ 'ਚੋਂ ਮੇਰੇ ਗੱਲ ਇਹ ਸਮਝ ਆਈ ਵੀ ਉਹ ਬਹੁਤ ਮਾੜੀ ਗੱਲ ਆ। ਉਹ ਕੋਈ ਵੀ ਆਪਾਂ ਉਸ ਤਰ੍ਹਾਂ ਹੀ ਦੇਖਾਂਗੇ, ਪਰ ਨਾਲ ਦੀ ਨਾਲ ਜੇ ਇਹ ਗੱਲ ਮੈਨੂੰ ਐਂ ਵੀ ਸਮਝ ਲੈਣੀ ਚਾਹੀਦੀ ਸੀ ਵੀ ਇਹ ਤਾਂ ਵਾਹਿਗੁਰੂ ਅਗਵਾਈ ਜੇ ਆਪ ਕਰ ਰਹੇ ਆ, ਫਿਰ ਜਿੰਨੀਆਂ ਮਰਜ਼ੀ ਕੋਈ ਆਪਦੀਆਂ ਸਕੀਮਾਂ ਬਣਾ ਲੇ, ਘਾੜਤਾਂ ਘੜ ਲੇ, ਉਹ ਚੱਲਣੀਆਂ ਨਹੀਂ। ਚੱਲੂ ਉਹੀ ਜੋ ਉਹ ਨੈਗੇਟਿਵਿਟੀ ਪ੍ਰਵੇਲ ਕਰ ਗਈ ਸੀ ਥੋੜੇ ਸਮੇਂ ਵਾਸਤੇ ਹੀ ਹੋਵੇ। ਥੋੜੇ ਸਮੇਂ ਵਾਸਤੇ ਇਹ ਹੋ ਜਾਂਦੀਆਂ ਹੁੰਦੀਆਂ ਜਦੋਂ ਅਸੀਂ ਆਪਦੇ ਆਪ ਨੂੰ ਇਹ ਮਾਣ ਕਰ ਲੈਂਦੇ ਆ ਵੀ ਅਸੀਂ ਗੱਲਾਂ ਨੂੰ ਬਹੁਤ ਸਮਾਜਿਕ ਵਰਤਾਰਿਆਂ ਨੂੰ ਤਰਕ ਦੇ ਆਧਾਰ ਤੇ ਦੇਖਣ ਲੱਗ ਜਾਂਦੇ ਆ ਨਾ, ਜਦੋਂ ਤੇ ਅਸੀਂ ਸਮਝਣ ਲੱਗ ਜਾਂਦੇ ਆ, ਉਦੋਂ ਐਂ ਲੱਗਦਾ ਵੀ ਇਹ ਗੱਲ ਲਿਜਾਣੀ ਚਾਹੀਦੀ ਆ ਸੰਗਤ 'ਚ ਵੀ ਸਾਡੇ ਲੋਕਾਂ ਦਾ ਨੁਕਸਾਨ ਕਿਵੇਂ ਹੋ ਜੂ। ਅਸੀਂ ਬਥੇਰੇ, ਪਰ ਗੱਲ ਇਹ ਆ ਵੀ ਅਸੀਂ ਜੇ ਗੁਰੂ ਦੇ ਨਾਂ ਤੇ ਸ਼ਹਾਦਤਾਂ ਹੁੰਦੀਆਂ ਉਹ ਨੁਕਸਾਨ ਨਹੀਂ, ਫਿਰ ਉਹ ਤਾਂ ਸਾਡੀ ਕਮਾਈ ਆ, ਹਨਾ। ਤੇ ਜੇ ਉਸ ਗੁਰੂ ਦੇ ਨਾਂ ਤੋਂ ਸ਼ਹਾਦਤਾਂ ਤੋਂ ਆਪਾਂ ਪਿੱਛੇ ਵੀ ਨਹੀਂ ਹਟ ਰਹੇ, ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਪਰ ਉੱਥੇ ਜੇ ਕੋਈ ਸਾਡੀ ਮੌਤ ਤੇ ਔਰ ਉਹ ਡਿਜ਼ਾਈਨ, ਉਹਦੇ ਜਿਹੜਾ ਪੋਲੀਟੀਕਲ ਡਿਜ਼ਾਈਨ ਚੋਂ, ਰਾਜਸੀ ਡਿਜ਼ਾਈਨ ਚੋਂ ਸਾਡੀ ਮੌਤ ਦਾ ਜਿਹੜਾ ਲੇਖਾ ਜੋਖਾ ਸਿਰਜਦਾ, ਉਹ ਬਹੁਤ ਮਾੜੀ ਗੱਲ ਆ। ਲੱਖਾ ਸਿਧਾਣਾ ਸਮਝਾਉਣ ਆਏ ਤੁਹਾਨੂੰ ਕਿ ਗੱਲਬਾਤ ਕਰਨ ਆਏ ਵੀ ਇਸ ਤਰ੍ਹਾਂ ਨਹੀਂ ਕਰਨਾ? ਇੱਥੇ ਤਾਂ ਅੱਜ ਅਸੀਂ ਬੈਠ ਕੇ ਦੇਖੋ ਗੱਲ ਆਈ ਆ। ਮੈਂ ਤਾਂ ਨਾ ਬਾਈ ਜਵਾਬ ਆ ਬਾਈ ਦਾ ਤੰਬੂ ਆ, ਦੀਪ ਦਾ, ਰਾਤ ਨੂੰ ਇੱਥੇ ਸੌਵਾਂਗੇ ਦੋਨੇ। ਮੈਂ ਤਾਂ ਬਹੁਤ ਸੋਹਣੀ ਗੱਲ ਹੈ, ਮੈਂ ਤੁਹਾਡੇ ਵੱਲ ਆ ਰਿਹਾ। ਨਹੀਂ ਗੱਲ ਆਏ ਆ ਵੀ ਦੇਖੋ ਗੱਲ ਆਏ ਹੁੰਦੀ ਵੀ ਜਦੋਂ ਭਰਾਵਾਂ ਵਾਲਾ ਰਿਸ਼ਤਾ ਹੋਵੇ ਨਾ, ਉੱਥੇ ਗੱਲਾਂ ਸਮਝਾਈਆਂ ਵੀ ਜਾਂਦੀਆਂ, ਹਨਾ। ਉੱਥੇ ਗੱਲਾਂ ਜੇ ਕਈ ਵਾਰੀ ਸਾਡੇ ਤੋਂ ਉਕਾਈਆਂ ਹੋ ਜਾਣ, ਇਹ ਵੀ ਕਿਹਾ ਜਾਂਦਾ ਵੀ ਯਾਰ ਇਹ ਗੱਲ ਸਾਡੀ ਕਰਨੀ ਬਣਦੀ ਨਹੀਂ ਸੀ। ਇਹ ਗੱਲ ਇਹਦੇ 'ਚ ਕੋਈ ਖੂਬਸੂਰਤ ਗੱਲ ਹੈ। ਜੇ ਲੱਖਾ ਚਾਹੁੰਦੇ ਚਮਕਣ ਦੀ ਤਾਂ ਹੁਣ ਲੋੜ ਨਹੀਂ ਇਹਨਾਂ ਨੂੰ। 4 ਇੰਟਰਵਿਊਜ਼ ਤੁਹਾਡੇ ਖਿਲਾਫ ਦਿੰਦੇ, ਬਹੁਤ ਸਾਰੇ ਲੋਕਾਂ ਨੇ ਦਿੱਤੀਆਂ, ਬਹੁਤ ਤੱਤੀਆਂ ਜੀਆਂ ਗੱਲਾਂ ਹੁੰਦੀਆਂ, ਵਾਹ ਹੋ ਜਾਂਦੀ, ਪਾੜ ਪੈ ਜਾਂਦਾ, ਤੁਸੀਂ ਇੱਕ ਧਿਰ ਬਣ ਜਾਂਦੇ, ਦੂਜੀ ਧਿਰ ਬਣ ਜਾਂਦੇ। ਇਹ ਨਹੀਂ ਹੁਣ ਦਿੱਤਾ, ਤੁਸੀਂ ਦੋਵੇਂ ਅੱਜ ਇਕੱਠੇ ਬੈਠੇ ਹੋ ਔਰ ਫਿਰ ਉਹਦਾ ਪੋਜ਼ਿਟਿਵ ਰਿਜ਼ਲਟ ਕੱਢਿਆ। ਨਹੀਂ ਬਹੁਤ ਕਮਾਲ ਦੀ ਗੱਲ ਹੈ ਇਹ ਇੱਕ ਜੈਸਚਰ ਬੜਾ ਕਮਾਲ ਦਾ, ਹਨਾ। ਇਹਦੇ 'ਚ ਔਰ ਜਦੋਂ ਜਿਵੇਂ ਕਹਿ ਰਹੇ ਆ ਵੀ ਅਸੀਂ ਭਰਾ, ਉਹ ਬਹੁਤ ਕਮਾਲ ਦਾ ਜੈਸਚਰ ਆ। ਇਹਦੇ 'ਚ ਕੋਈ ਆਪਾਂ ਇਹਦੇ 'ਚ ਸ਼ੱਕ ਹੀ ਨਹੀਂ ਆ। ਔਰ ਇਹ ਪਹਿਲੇ ਦਿਨ ਤੋਂ ਹੀ ਸਾਡੇ ਵਿੱਚ ਇਹ ਗੱਲ ਆ ਵੀ ਅਸੀਂ ਭਰਾ, ਹਨਾ। ਪਰ ਇੱਕ ਗੱਲ ਹੋਰ ਹੁੰਦੀ ਆ
ਵੀ ਅਸੀਂ ਇਕੱਠੇ ਉਦੋਂ ਹੀ ਹੋਣਾ ਹੁੰਦਾ ਜਦੋਂ ਕੁਦਰਤ ਕਰਾਉਂਦੀ ਆ। ਹਾਂ, ਆਪਦੀ ਸਮਝ ਨਾਲ ਕਦੇ ਕੋਈ ਇਕੱਠਾ ਨਹੀਂ ਹੋਇਆ। ਬਿਲਕੁਲ ਠੀਕ ਹੈ। ਹਨਾ, ਸਮਝ ਨਾਲ ਤਾਂ ਅਸੀਂ ਇਕੱਠੇ ਹੋ ਕੇ ਮੁੜ ਕੇ ਉਹ ਆਪਸ ਚ ਸਮਝ ਹੀ ਨਹੀਂ ਰਲਦੀ ਹੁੰਦੀ, ਪਰ ਇਕੱਠੇ ਉਦੋਂ ਹੁੰਨੇ ਆ ਜਦੋਂ ਕੁਦਰਤ ਕਰਾਊਗੀ। ਤੁਸੀਂ ਵੇਖੋ ਕਿ ਜੋ ਹੁੰਦਾ ਚੰਗੇ ਨੂੰ ਹੀ ਹੁੰਦਾ, ਕਿਤੇ ਨਾ ਕਿਤੇ ਵਰਤਾਰੇ ਐਂ ਹੀ ਵਾਪਰਨੇ ਹੁੰਦੇ ਆ। ਕਿਉਂਕਿ ਇੱਕ ਬਾਈ ਨੂੰ ਇਹ ਵੀ ਗੱਲ ਆ ਨਾ ਵੀ ਉਹਨਾਂ ਨੇ ਮੈਨੂੰ ਨੇੜਿਓਂ ਦੇਖਿਆ, ਹਨਾ, ਨੇੜਿਓਂ ਦੇਖ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਵਾਪਰ ਜਾਂਦੀਆਂ। ਕਦੇ ਕਈ ਵਾਰੀ ਇੱਕ ਦੂਜੇ ਦੇ ਪ੍ਰਤੀ ਮਨ 'ਚ ਕੋਈ ਗੱਲ ਵੀ ਆ ਸਕਦੀ ਆ, ਤੇ ਅਸੀਂ ਇਨਸਾਨ ਆ, ਆਉਂਦੀ ਆ, ਪਰ ਫੇਰ ਗੱਲ ਉੱਥੇ ਹੀ ਆ ਕੇ ਖੜਦੀ ਆ ਵੀ ਨਹੀਂ ਯਾਰ, ਬੰਦਾ ਤਾਂ ਸਾਡਾ ਹੀ ਐ ਨਹੀਂ ਹੋ ਸਕਦਾ। ਪਰ ਇਹ ਖੂਬਸੂਰਤ ਗੱਲ ਹੈ, ਲੱਖਾ ਸਿਧਾਣਾ ਦੀ ਜਿਹੜੀ ਜਰਨਲ ਅੰਡਰਸਟੈਂਡਿੰਗ ਇਸ ਚੀਜ਼ ਬਾਰੇ ਹੋਈ ਹੈ, ਉਹਦੀ ਦਾਤ ਦੇਣੀ ਪਊਗੀ ਕਿ ਬਹੁਤ ਸੌਖਾ ਸੀਗਾ ਕਿ ਇੱਕ ਦੂਜੇ ਨੂੰ ਭੰਡ ਦਿੰਦੇ, ਚਾਰ ਸ਼ਬਦ ਬੋਲ ਦਿੰਦੇ ਤੇ ਫਿਰ ਵਾਵਾ ਖੱਟ ਲਈ ਜਾਂਦੀ। ਨਹੀਂ ਮੱਕੜ, ਪਤਾ ਕੀ ਹੈ ਵੀਰੇ ਗੱਲ, ਜਦੋਂ ਨਾ ਮੈਂ ਸ਼ੁਰੂ ਚ ਬਈ ਨੂੰ ਮਿਲਿਆ ਦੀਪ ਨੂੰ, ਹਨਾ, ਉਹ ਛੇਤੀ ਨਹੀਂ ਬੰਦਾ ਸਮਝਦਾ ਹੁੰਦਾ। ਉਦੋਂ ਬਾਅਦ ਚਲੋ ਸ਼ੰਭੂ ਮੋਰਚਾ ਲੱਗਦਾ। ਸ਼ੰਭੂ ਮੋਰਚੇ ਦੇ ਉੱਤੇ ਜਦੋਂ ਗੱਲਾਂ ਹੁੰਦੀਆਂ ਨੇ, ਜਿਹੜਾ ਲੰਬੇ ਸਮੇਂ ਤੋਂ ਸਾਡੇ ਹੱਕਾਂ ਦੀਆਂ ਗੱਲਾਂ, ਆਨੰਦਪੁਰ ਸਾਹਿਬ ਦੇ ਮਤੇ ਦੀਆਂ ਗੱਲਾਂ, ਉਹ ਸਾਰੀਆਂ ਉੱਭਰ ਕੇ ਆਉਂਦੀਆਂ ਨੇ। ਤਾਂ ਮੈਂ ਸਮਝਦਾ ਕਿ ਜੇ ਸਾਡੀ ਜਵਾਨੀ ਨੂੰ ਅੱਜ ਚਾਰ ਚੁਫੇਰੇ ਇਸ ਗੱਲ ਦੀ ਜਾਗ ਲੱਗੀ ਆ, ਜਾਂ ਵੱਡੀ ਗਿਣਤੀ ਸਾਡੀ ਜਵਾਨੀ ਦੀ ਇੱਥੇ ਆਈ ਆ ਜਾਂ ਆ ਰਹੀ ਆ, ਜਾਂ ਉਹ ਸੋਚਣ ਲੱਗੀ ਹੈ ਕਿ ਆਨੰਦਪੁਰ ਸਾਹਿਬ ਦਾ ਮਤਾ ਕੀ ਨੇ, ਕਿਹੜੇ ਸਾਡੇ ਹੱਕ ਖੋਹੇ ਗਏ ਨੇ, ਕਿਵੇਂ ਸਾਨੂੰ ਮਾਰਿਆ ਜਾ ਰਿਹਾ, ਕਿਵੇਂ ਮਾਰਨਗੇ ਲੋਕ, ਤਾਂ ਉਹਦਾ ਸਿਹਰਾ ਇਸ ਭਰਾ ਨੂੰ ਜਾਂਦਾ। ਇਹ 'ਚ ਕੋਈ ਦੋ ਰਾਮਾ ਨਹੀਂ। ਮੈਂ ਤਾਂ ਕਰਕੇ ਵੀ ਮੈਨੂੰ ਉਹ ਹਮੇਸ਼ਾ ਬੰਦਾ ਜਿਹੜਾ ਮੇਰੀ ਧਰਤੀ ਮਾਂ ਨੂੰ, ਮੇਰੇ ਪੰਜਾਬ ਨੂੰ ਪਿਆਰ ਕਰਦਾ, ਉਹ ਚਾਹੇ ਯਾਰ ਮੇਰੇ ਪ੍ਰਤੀ ਜੋ ਮਰਜ਼ੀ ਸੋਚਦਾ ਹੋਵੇ, ਪਰ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਯਾਰ, ਮੇਰਾ ਭਰਾ ਹੀ ਆ। ਤਾਂ ਇਸ ਕਰਕੇ ਵੀ ਮੈਂ ਸਵੇਰੇ ਮੇਰੀ ਯਾਦਵਿੰਦਰ ਨਾਲ ਗੱਲ ਹੋਈ ਚੈਨਲ ਦੇ ਉੱਤੇ, ਤਾਂ ਮੈਂ ਉੱਥੇ ਮੈਨੂੰ ਬਾਈ ਤੇ ਜ਼ਰੂਰ ਗਿਲਾ ਸੀਗਾ। ਮੈਂ ਕਿਹਾ ਯਾਰ ਇਹ ਨਾ ਥੋੜੀ ਜਿਹੜੀ ਗੱਲ, ਚਲੋ ਬਾਈ ਨੇ ਦੱਸਤੀ ਕਿਤੇ ਕਾਈਆਂ ਹੋ ਜਾਂਦੀਆਂ ਨੇ, ਬੰਦਾ ਤੁਹਾਨੂੰ ਪਤਾ ਕਿਹੜਾ ਪ੍ਰਮਾਤਮਾ ਥੋੜੀ, ਬੰਦਾ ਗਲਤੀਆਂ ਦਾ ਆਪਾਂ ਕਹਿੰਦੇ ਪੁਤਲਾ, ਹਨਾ, ਬਹੁਤ ਮੇਰੇ ਵਰਗੇ ਤੋਂ, ਸੋਡਿਆਂ ਵਰਗਿਆਂ ਤੋਂ, ਨੇਕਾਂ ਵਰ ਗਲਤੀਆਂ ਹੁੰਦੀਆਂ ਨੇ। ਤਾਂ ਮੈਨੂੰ ਜ਼ਰੂਰ ਉੱਥੇ ਲੱਗਿਆ ਸੀ, ਮੈਂ ਕਿਹਾ ਯਾਰ ਵੀ ਇਹ ਜਿਹੜੀ ਗੱਲ ਇਸ ਤਰ੍ਹਾਂ ਦੀ ਕਰਨੀ, ਉਹ ਬਾਈ ਨੇ ਦੱਸ ਹੀ ਦਿੱਤਾ ਕਿ ਯਾਰ ਮੈਨੂੰ ਇਹ ਲੱਗਿਆ ਕੁਝ ਬੰਦਿਆਂ ਤੋਂ ਇਹ ਆਇਆ ਵੀ ਯਾਰ ਇੱਥੇ ਕੋਈ ਇਸ ਤਰ੍ਹਾਂ ਦਾ ਮਾਹੌਲ ਉਹ ਬੰਦੇ ਨਾ ਕਰਾ ਦੇਣ। ਤਾਂ ਮੈਨੂੰ ਲੱਗਿਆ ਕਿ ਯਾਰ ਢੈਂਦੀ ਗੱਲਾਂ ਦੀ ਗੱਲ ਹੈ, ਸਾਨੂੰ ਕਰਨੀ ਨਹੀਂ ਚਾਹੀਦੀ। ਚਲੋ ਬਾਈ ਨੂੰ ਸਮਝ ਪਈ। ਇੱਕ ਹੋਰ ਗੱਲ ਦੇਖੋ ਬਾਈ ਮੱਕੜ, ਸੰਘਰਸ਼ਾਂ ਦਾ ਤਜਰਬਾ ਬਾਈ ਨਾਲੋਂ ਮੈਨੂੰ ਜ਼ਿਆਦਾ ਆ ਥੋੜਾ ਜਿਹਾ। ਤੁਸੀਂ ਆਪਾਂ ਪੰਜਾਬ ਦੇ ਵਿੱਚ ਵੀ ਸੰਘਰਸ਼, ਤੁਸੀਂ ਉਹਨਾਂ ਨੂੰ ਕਵਰ ਕਰਦੇ ਰਹੋ, ਤੁਸੀਂ ਵੀ ਸਮਝ ਲੈਂਦੇ ਹੋ ਗੱਲ, ਮੈਂ ਵੀ ਸਮਝਦਾ ਕਿਉਂਕਿ ਮੈਂ ਉਹਨਾਂ ਚੋਂ ਨਿਕਲਿਆ ਹੋਇਆ। ਬਾਈ ਨਾਮਾ ਸੰਘਰਸ਼ ਚ ਆਇਆ, ਹੁਣ ਇਹ ਸੰਘਰਸ਼ ਦੇ ਵਿੱਚੋਂ ਬਾਈ ਦੀਪ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ। ਤੇ ਇਸ ਕਰਕੇ ਵੀ ਮੈਨੂੰ ਲੱਗਦਾ ਸੀਗਾ ਕਿ ਯਾਰ ਠੀਕ ਆ, ਮੈਂ ਉਦੋਂ ਬਾਅਦ ਆ ਕੇ ਮਿਲਿਆ, ਅਸੀਂ ਗੱਲਾਂ ਬਾਤਾਂ ਕੀਤੀਆਂ। ਬਾਈ ਨੇ ਗਿਲਾ ਵੀ ਕੀਤਾ ਯਾਰ ਤੂੰ ਮੇਰੇ ਕੋਲ ਪਹਿਲਾਂ ਨਹੀਂ ਆ ਕੇ ਗੱਲ ਕੀਤੀ, ਤੂੰ ਕਿਉਂ ਉੱਥੇ ਆਪਣਾ ਯਾਦਵਿੰਦਰ ਵਾਲੇ ਤੇ ਕਿਉਂ ਬੈਠਿਆ ਤੂੰ। ਮੈਂ ਉਹਨੂੰ ਬਾਈ ਨੂੰ ਦੱਸਿਆ, ਮੈਂ ਬਾਈ ਤੈਨੂੰ ਮੈਂ ਰਾਤ ਫੋਨ ਵੀ ਲਾਉਂਦਾ ਰਿਹਾ, 11 ਵਜੇ ਦਾ ਟਾਈਮ ਸੀ, ਚਲੋ ਤਦੋਂ ਚੱਕਿਆ ਨਹੀਂ ਗਿਆ, ਸੌਂ ਗਏ ਜਾਂ ਕਿੱਧਰ ਵਗ ਜਾਂ ਫੋਨ ਆਸੇ ਵਜਾਂ, ਅਣਪਛਾਤਾ ਨੰਬਰ ਕਈ ਵਾਰੀ ਨਹੀਂ ਚੱਕ ਹੁੰਦਾ, ਹਨਾ। ਤਾਂ ਮੈਂ ਕਿਹਾ ਪਹਿਲਾਂ ਤਾਂ ਮੈਂ ਰਾਤ ਮੱਕੜ ਬਾਈ ਇਸ ਗੱਲ ਤੇ ਮੇਰਾ ਬੜਾ ਪਾਰਾ ਉਦੋਂ ਵਧਿਆ। ਮੈਂ ਯਾਰ ਇਹ ਗੱਲ ਬਾਈ ਦੀਪ ਨੇ ਕਰਨੀ ਨਹੀਂ ਸੀ, ਗਲਤ ਕਰਤੀ। ਮੈਂ ਲੈ ਤੁਹਾਨੂੰ ਲੱਗਿਆ ਕੀ, ਆਪਾਂ ਇੰਟਰਵਿਊ ਨਹੀਂ ਕਰ ਰਹੇ, ਪਰ ਆਪਾਂ ਇਹ ਇੱਕ ਜਰਨਲ ਗੱਲ ਕਰ ਰਹੇ ਹਾਂ, ਵੀ ਤੁਹਾਨੂੰ ਲੱਗਿਆ ਕੀ? ਮੈਨੂੰ ਇਹ ਲੱਗਿਆ ਬਾਈ ਦੀਪ ਨੇ ਢੈਂਦੀ ਕਲਾ ਦੀ ਗੱਲ ਕਰਤੀ, ਮੈਨੂੰ ਇਹ ਲੱਗਿਆ ਸੱਚੀ ਦਰਮਾ ਦੱਸਦਾ। ਮੈਂ ਇਸੇ ਕਰਕੇ ਰਾਤ ਨੂੰ 12 ਵਜੇ ਦਾ ਟਾਈਮ ਸੀ, ਮੈਂ ਕਿਹਾ ਯਾਰ ਹੁਣ ਆਪਾਂ ਇਹ ਤੇ ਲਾਈਵ ਹੋ ਗਏ। ਤਾਂ ਮੈਂ ਕੁਦਰਤੀ ਮੱਕੜ ਵੀਰੇ ਯਾਦਵਿੰਦਰ ਨੂੰ ਫੋਨ ਲਾ ਲਿਆ। ਮੈਂ ਕਿਹਾ ਯਾਦਵਿੰਦਰ ਆਹ ਗੱਲ ਆ ਯਾਰ, ਮੈਨੂੰ ਕਹਿੰਦਾ ਕਾਲੀ ਨਾ ਕਰ, ਆਪਾਂ ਤੜਕੇ ਗੱਲ ਕਰਦੇ ਆਂ ਮਿਲ ਕੇ। ਚਲੋ ਤੜਕੇ ਮਿਲ ਕੇ ਗੱਲ ਅਸੀਂ ਕੀਤੀ, ਹਨਾ। ਚਲੋ ਜੋ ਵੀ ਕੀਤੀ, ਮੈਂ ਤੜਕੇ ਵੀ ਇਹੀ ਕਿਹਾ ਸੀ ਦੀਪ ਨੂੰ ਗੱਲ, ਮੈਂ ਕਿਹਾ ਦੀਪ ਸਾਡਾ ਭਰਾ, ਮੈਂ ਹੁਣ ਵੀ ਕਹਿਣਾ ਭਰਾ, ਹਨਾ। ਚਲੋ ਉਹ ਜਿਹੜੀ ਗੱਲ ਸੀਗੀ ਬਾਈ ਨੇ 4 ਵਜੇ ਅੱਜ ਉਹਦਾ ਸਪਸ਼ਟੀਕਰਨ ਸਾਰਾ ਦੇਤਾ, ਹੁਣ ਤੁਹਾਡੇ ਸਾਹਮਣੇ ਵੀ ਦੇਤਾ, ਹਨਾ, ਵੀ ਯਾਰ ਉਹ ਕਾਈਆਂ ਹੋ ਜਾਂਦੀਆਂ ਨੇ, ਬੰਦੇ ਨੂੰ ਨਹੀਂ ਉਨੀ ਸਮਝ ਆਉਂਦੀ। ਸੰਘਰਸ਼ਾਂ ਪ੍ਰਤੀ ਸਾਰੇ ਬੰਦੇ ਅੱਡੋ ਅੱਡੀ ਸੋਚ ਰੱਖਦੇ ਆ, ਸਮਝ ਅੱਡੋ ਅੱਡੀ ਹੁੰਦੀ ਹੈ। ਤੁਸੀਂ ਹੋਰ ਐਂਗਲ ਤੋਂ ਸੋਚਦੇ ਹੋ, ਬਾਈ ਹੋਰ ਤੋਂ ਸੋਚਦਾ, ਮੈਂ ਹੋਰ ਤੋਂ ਸੋਚਦਾ, ਇੱਥੇ ਹੋਰ ਦੁਨੀਆ ਫਿਰਦੀ ਆ ਹੋਰ ਤੋਂ ਸੋਚਦੀ ਆ, ਜਥੇਬੰਦੀਆਂ ਵਾਲੇ ਹੋਰ ਤੋਂ ਸੋਚਦੇ ਆ। ਸਾਡੇ 'ਚ ਮਤਭੇਦ ਹੋ ਸਕਦੇ ਆ, ਮਨ ਭੇਦ ਨਹੀਂ, ਮਨ ਨਹੀਂ ਸਾਡੇ ਦੂਰ ਹੈਗੇ, ਠੀਕ ਹੈ, ਕਿਉਂਕਿ ਇਹ ਇਨਸਾਨ ਵੀ ਪੰਜਾਬ ਲਈ ਚੱਲਿਆ ਤੇ ਮੈਂ ਇਹ ਪੰਜਾਬ ਲਈ ਚੱਲਿਆ। ਅਗਲੀ ਗੱਲ ਬਾਈ ਆ ਜਾਂਦੀ ਹੈ ਥੋੜੀ ਜਿਹੀ, ਇੱਥੇ ਜ਼ਰੂਰ ਸਾਡੇ 'ਚ ਮਤਭੇਦ ਇਹ ਹੈਗੇ ਜਥੇਬੰਦੀਆਂ ਪ੍ਰਤੀ। ਜਿਹੜੀ ਜਥੇਬੰਦੀਆਂ ਦੀ ਗੱਲ, ਮੈਨੂੰ ਇਹ ਲੱਗਦਾ, ਮੇਰਾ ਨਿੱਜੀ ਇਹ ਹੈਗਾ ਕਿ ਜਥੇਬੰਦੀਆਂ ਚਾਹ ਕੇ ਵੀ ਇਸ ਘੋਲ ਨੂੰ ਨਾ ਵੇਚ ਸਕਦੀਆਂ, ਨਾ ਕਿਸੇ ਹੋਰ ਪਾਸੇ ਤੋਰ ਸਕਦੀਆਂ। ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਤੁਹਾਨੂੰ ਲੱਗਦਾ ਕਿ ਵਿਕ ਨਹੀਂ ਸਕਦਾ ਕੋਈ? ਨਹੀਂ, ਉਹ ਗੱਲਾਂ ਬਾਈ ਪਿੱਛੇ ਰਹਿ ਗਈਆਂ, ਇਹ ਗੱਲਾਂ ਹੋਰ ਬਾਲੀਆਂ, ਇਹ ਤਾਂ ਹੁਣ ਲੋਕ ਤੈਅ ਕਰਦੇ ਆ। ਉਹ ਤਾਂ ਆਪ ਮੰਨਦੇ ਜਥੇਬੰਦੀਆਂ ਵਾਲੇ ਵੀ ਸਾਡੇ ਛੱਤਰ ਫੇਰਨਗੇ ਲੋਕ, ਜੇ ਕੁੱਟ ਕੇ ਮਾਰ ਦੇਣਗੇ ਜੇ ਅਸੀਂ ਕੋਈ ਗਲਤੀ ਕਰ ਗਏ। ਬਿਲਕੁਲ ਠੀਕ ਹੈ। ਵੀ ਜਿਹੜੀ ਗੱਲ ਹੁਣ ਮੈਨੂੰ ਇਹ ਲੱਗਦੀ ਹੈ ਜਥੇਬੰਦੀਆਂ ਪ੍ਰਤੀ, ਵੀ ਅੱਜ ਦੀ ਘੜੀ ਉਹ ਪਹਿਲਾਂ ਕੀ ਸੀ, ਉਹ ਕੀ ਹੈਗੇ ਆ,
ਇਹ ਗੱਲਾਂ ਤੁਹਾਡੇ ਚੈਨਲਾਂ ਤੇ ਬੈਠ ਕੇ ਪੰਜਾਬ ਕਰਾਂ ਜਦੋਂ ਜਿੱਤ ਕੇ ਗਏ ਬਿਲਕੁਲ ਦੱਸਾਂਗੇ, ਬਿਲਕੁਲ ਠੀਕ ਦੱਸਣਾ ਬਣਦਾ। ਅੰਦਰਲੀਆਂ ਗੱਲਾਂ ਉਹ ਅਜੇ ਬਾਹਰ ਕੱਢਣ ਦੀ ਲੋੜ ਨਹੀਂ ਤੁਸੀਂ ਕਹਿੰਦੇ ਹੋ। ਮੈਂ ਹਲੇ ਅੱਜ ਦੀ ਘੜੀ ਬਾਈ ਉਹ ਜਿਹੜੀ ਅਗਵਾਈ ਕਰ ਰਹੇ ਨੇ ਉਹ ਬਹੁਤ ਵਧੀਆ ਕਰ ਰਹੇ ਨੇ, ਚੰਗੀ ਕਰ ਰਹੇ ਨੇ। ਲੋਕਾਂ ਦਾ ਦਬਾਅ ਰੱਖ ਲਓ ਜਾਂ ਉਹਨਾਂ ਦੀ ਸਮਝ ਇਹ ਬਣ ਗਈ ਰੱਖ ਲਓ ਵੀ ਨਹੀਂ ਯਾਰ ਹੁਣ ਲੋਕਾਂ ਨੇ ਸਾਨੂੰ ਪਿੱਛੇ ਨਹੀਂ ਮੁੜਨ ਦੇਣਾ। ਤੇ ਅੱਜ ਦੀ ਘੜੀ ਜਿਵੇਂ ਉਹ ਚੱਲਦੇ ਆ ਬਾਈ, ਮੇਰੀ ਕੋਸ਼ਿਸ਼ ਇਹੀ ਰਹੂਗੀ, ਜਥੇਬੰਦੀਆਂ ਨੂੰ ਵੀ ਮੈਂ ਜਾ ਕੇ ਮਿਲ ਕੇ ਕਹੂੰਗਾ, ਤੁਹਾਡੇ ਰਾਹੀਂ ਵੀ ਕਹਿਣਾ, ਦੀਪ ਵੀ ਬੈਠਾ, ਵੀ ਅਸੀਂ ਵੀ ਦੋਨੇ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਕੇ ਕੋਈ ਵੀ ਮੀਟਿੰਗ ਕਰਨੀ ਅਸੀਂ ਵੀ ਆਪਣੀ ਕੋਈ ਰਾਏ ਮਸ਼ਵਰਾ ਵਿੱਚ ਰੱਖੀਏ। ਸਟੇਜ ਤੇ ਬੇਸ਼ੱਕ ਕੋਈ ਗੱਲ ਨਹੀਂ ਬਾਈ, ਉਹ ਮੈਨੂੰ ਕਹਿੰਦੇ ਵੀ ਆ ਤੂੰ ਬੋਲ ਲਾ, ਤਾਂ ਮੈਂ ਕਹਿੰਦਾ ਕੋਈ ਗੱਲ ਨਹੀਂ ਯਾਰ, ਬੋਲਣ ਨਾ ਬੋਲਣ ਨਾਲ ਬੜਾ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ। ਜੇ ਮੈਂ ਗੱਲ ਰੱਖਣੀ ਹੈ ਚੈਨਲ ਤੇ ਰੱਖ ਦੂੰਗਾ ਜਾ ਕੇ। ਲੋਕ ਇਹ ਵੀ ਮਹਿਸੂਸ ਕਰਦੇ ਵੀ ਦੀਪ ਨੂੰ ਵੀ ਉੱਥੇ ਬੋਲਣ ਦੇਣਾ ਚਾਹੀਦਾ। ਮੈਂ ਇਹੀ ਗੱਲ ਜਥੇਬੰਦੀਆਂ ਨਾਲ ਵੀ ਚਲਾਈ ਵੀ ਮੇਰੀ ਹੋਈ ਵੀ ਹੈ, ਮੈਂ ਹੁਣ ਵੀ ਚਲਾਉਂਗਾ ਕਿ ਯਾਰ ਕੋਈ ਗੱਲ ਨਹੀਂ, ਆਪਾਂ ਨੂੰ ਬਹੁਤ ਸਾਰੀ ਬੜੀਆਂ ਗੱਲਾਂ ਨੇ, ਚਲੋ ਆਪਾਂ ਨਿਬੇੜ ਲਾਂਗੇ ਪੰਜਾਬ ਜਾ ਕੇ। ਪਰ ਅੱਜ ਸਾਡਾ ਸੁਨੇਹਾ ਜਿਹੜਾ, ਅਸੀਂ ਕਿਉਂ ਇਕੱਠੇ ਬੈਠੇ ਦੋਨੇ ਭਰਾ, ਕਿ ਸਾਡਾ ਸੁਨੇਹਾ ਜਿਹੜਾ ਕਈਆਂ ਨੂੰ ਉੱਥੇ ਟੱਟੀਆਂ ਲਾਊਗਾ ਪੰਜਾਬ ਦੇ ਵਿੱਚ, ਜਿਹੜੇ ਕਹਿੰਦੇ ਸੀਗੇ ਯਾਰ ਇਹ ਤਾਂ ਅੱਡ ਹੋ ਗਏ, ਇਹ ਤਾਂ ਦਫਾੜ ਹੈ, ਤਾਂ ਇੱਕ ਦੂਜੇ ਦੇ ਖਿਲਾਫ। ਅਸੀਂ ਕੋਈ ਖਿਲਾਫ ਨਹੀਂ, ਠੀਕ ਆ, ਐਂ ਤਾਂ ਆਪਣੇ ਬਹੁਤ ਥਾਵਾਂ ਤੇ ਚੱਲਦੇ ਰਹਿੰਦੇ ਆ, ਪਰ ਅਸੀਂ ਇੱਕੋ ਹੀ ਆ ਭਰਾਵੋ। ਜਥੇਬੰਦੀਆਂ ਵਾਲੇ ਦੇ ਨਾਲ ਅਸੀਂ ਇੱਕ ਆ। ਇਹ ਗੱਲ ਮੈਂ ਬਾਈ ਦੀਪ ਨੂੰ ਵੀ ਕਹਿ ਦੇਣਾ, ਭਰਾਵਾ ਆਪਾਂ ਬੈਠ ਕੇ ਗੱਲ ਵੀ ਉਹਨਾਂ ਨਾਲ ਕਰਨੀ ਹੈ। ਮੈਂ ਹੁਣ ਸਟੇਜ 'ਤੇ ਨਹੀਂ ਜਾਣਾ, ਅੱਜ ਵੀ ਉਹਨਾਂ ਨਾਲ ਗੱਲ ਕਰੂੰਗਾ ਕਿ ਆਓ ਯਾਰ ਬੈਠੋ, ਕੋਈ ਗੱਲ ਨਹੀਂ। ਨਿੱਜੀ ਤੌਰ ਤੇ ਤਾਂ ਬਾਈ ਜਿਹੜੇ 30 ਬੰਦੇ ਨੇ, ਉਹ 31 ਬੰਦੇ ਨੇ, ਉਹਨਾਂ ਦੇ ਵੀ ਬਹੁਤ ਪਾਸੇ ਅੱਡੋ ਅੱਡੀ ਮੂੰਹ ਆ, ਬਿਲਕੁਲ ਮੂੰਹ ਆ ਨੇ ਨਾ, ਔਰ ਅਸੀਂ ਉਹ ਜਾਣਦੇ ਹੀ ਆ। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹ ਗੱਲਾਂ ਬਾਅਦ ਚ ਦੱਸਾਂਗੇ ਲੋਕਾਂ ਨੂੰ, ਉਹਨਾਂ ਦੇ ਵੀ ਬਹੁਤ ਕੁਛ ਆ। ਪਰ ਅੱਜ ਤਾਂ ਉਹਨਾਂ ਦੀ ਮੰਨ ਲਓ ਇੱਕ ਲੋਕਾਂ ਨੇ ਮਜਬੂਰੀ ਬਣਾਤੀ ਰੱਖ ਲਓ ਜਾਂ ਸਮਝ ਬਣਾਤੀ ਰੱਖ ਲਓ, ਤਾਂ ਇਕੱਠੇ ਹੋ ਗਏ। ਤਾਂ ਅੱਜ ਅਸੀਂ ਮੈਂ ਇਹੀ ਗੱਲ ਕਰਦੇ ਹਾਂ ਕਿ ਕੋਈ ਗੱਲ ਨਹੀਂ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੀਪ ਵੀ ਸਟੇਜ ਤੇ ਦਿਖੂਗਾ। ਪਰ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਮੇਰੇ ਖਿਆਲ ਜਥੇਬੰਦੀਆਂ ਦੇ ਖਿਲਾਫ ਕਈ ਵਾਰੀ ਬਹੁਤ ਤੱਤੇ ਵੀ ਹੋ ਜਾਂਦੇ ਹੋ, ਬੋਲ ਵੀ ਦਿੰਦੇ ਹੋ। ਸ਼ਾਇਦ ਇਹ ਵੀ ਇੱਕ ਰੀਜ਼ਨ ਹੈ ਕਿ ਤੁਹਾਨੂੰ ਸਟੇਜ ਨਹੀਂ ਬੋਲਣ ਦਿੱਤਾ ਨਹੀਂ ਜਾ ਰਿਹਾ। ਨਹੀਂ ਦੇਖੋ, ਪਹਿਲੀ ਗੱਲ ਤਾਂ ਆਪਾਂ ਸਟੇਜ ਤੇ ਬੋਲਣ ਖਾਤਰ ਕੋਈ ਇੱਥੇ ਜਦੋਜਹਿਦ ਨਹੀਂ ਕਰ ਰਹੇ, ਉਹ ਇੰਪੋਰਟੈਂਟ ਨਹੀਂ ਹੈ। ਇੰਪੋਰਟੈਂਟ ਇਹ ਆ ਵੀ ਸਾਡੇ ਲੋਕਾਂ ਦੇ ਹਿੱਤ ਤੇ ਪੰਜਾਬ ਦੀ ਜਿੱਤ, ਹਨਾ, ਇਹ ਬਹੁਤ ਇੰਪੋਰਟੈਂਟ ਆ। ਅੱਜ ਇਹਦੇ ਰਾਹ 'ਚ ਜਿਹੜਾ ਵੀ ਕੋਈ ਆਇਆ ਉਹਨੂੰ ਪਾਸੇ ਬਹਿ ਜਾਣਾ ਚਾਹੀਦਾ। ਮੈਂ ਵੀ ਆਉਂਗਾ, ਮੈਨੂੰ ਵੀ ਪਾਸੇ ਬਹਿ ਜਾਣਾ ਚਾਹੀਦਾ, ਕਿਉਂਕਿ ਜਿੱਥੇ ਅੱਜ ਗੱਲ ਪਹੁੰਚੀ ਆ, ਅਸੀਂ ਜਿਹੜੀ ਸਟੇਟ ਨਾਲ ਲੜ ਰਹੇ ਹਾਂ ਤੇ ਜਿਹੜਾ ਸਾਡਾ ਦੁਸ਼ਮਣ, ਉਹਨਾਂ ਨੂੰ ਸਮਝਣਾ ਤੇ ਉਸ ਸਮਝ ਚੋਂ ਸਾਡੀ ਜਿੱਤ ਅਸੀਂ ਕਿਵੇਂ ਲੈ ਕੇ ਜਾਣੀ ਆ, ਇਹ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਆ। ਹੁਣ ਕਈ ਵਾਰੀ ਅਸੀਂ ਪੰਜਾਬ ਬੈਠ ਕੇ ਕੁਝ ਸਟੈਂਡ ਲੈਂਦੇ ਰਹੇ ਹਾਂ, ਮੈਂ ਆਪਦੇ ਸਟੈਂਡ ਲੈਂਦਾ ਰਿਹਾ ਕਈ, ਕਿਉਂਕਿ ਇੱਕ ਨਾ ਪੰਜਾਬੀ 'ਚ ਕਹਾਵਤ ਆ ਵੀ ਮੂੰਹ ਦਾ ਖਾਦਾ ਅੱਖਾਂ ਸ਼ਰਮਾਉਂਦੀਆਂ। ਜਦੋਂ ਸਾਡੇ ਜਥੇਬੰਦੀਆਂ ਦੇ ਆਗੂ ਉੱਥੇ ਜਾ ਕੇ ਉਹਨਾਂ ਨਾਲ ਪ੍ਰੀਤੀ ਭੋਜ ਕਰਕੇ ਆਏ, ਤੁਸੀਂ ਦੇਖੋ ਇਹ ਗੱਲ, ਅੱਛਾ ਉਹ ਗੱਲ ਮੈਂ ਪੁਆਇੰਟ ਆਊਟ ਕੀਤੀ, ਮੁੜ ਕੇ ਗੱਲ ਹੀ ਨਹੀਂ ਹੁੰਦੀ ਤੁਹਾਡੇ ਤੋਂ ਉਸ ਲੈਵਲ ਤੇ। ਜਦੋਂ ਤੁਸੀਂ ਦੁਸ਼ਮਣ ਦੇ ਨਾਲ ਜਾ ਕੇ ਜੇ ਇਹੋ ਜਿਹਾ ਕੁਝ ਆਪਦੇ ਲੰਚ ਡਿਨਰ ਕਰੋਗੇ, ਗੱਲ ਹੀ ਨਹੀਂ ਕਰ ਸਕਦੇ। ਤੁਹਾਨੂੰ ਤਾਂ ਪੌਣਿਆਂ 'ਚ ਆਪਦੇ ਨਾਲ ਰੋਟੀਆਂ ਲੈ ਕੇ ਜਾਣੀਆਂ ਚਾਹੀਦੀਆਂ ਸੀ। ਅੱਛਾ, ਸਾਡੇ ਆਗੂ ਬਾਅਦ ਦੇ ਵਿੱਚ ਲੈ ਕੇ ਜਾਂਦੇ ਰਹੇ ਆ, ਇਵੋਲਵ ਹੋਏ ਇਸ ਗੱਲ 'ਚ, ਤੇ ਕਿੰਨੀ ਸ਼ਲਾਘਾ ਹੋਈ ਨੈਸ਼ਨਲ ਮੀਡੀਆ 'ਚ, ਇਸ ਗੱਲ ਦੀ ਸ਼ਲਾਘਾ ਹੋਈ ਵੀ ਕਿਸਾਨਾਂ ਨੇ ਦਿਖਾਤਾ ਕਿਸਾਨ ਹੈ ਕੌਣ ਤੇ ਕਿੰਨੇ ਦ੍ਰਿੜ ਆ ਉਹ। ਦੇਖੋ ਇਸ ਗੱਲ ਦੀ ਬੜੀ ਜਾ ਕੇ ਜਿਹੜੇ ਆਪਣੇ ਜਥੇਬੰਦੀਆਂ ਦੇ ਆਗੂ ਆ, ਇੱਕ ਤਾਂ ਇਹ ਗੱਲ ਬੜੀ ਉਹਨਾਂ ਨੂੰ ਲੱਗੀ, ਹੋਰ ਕਈ ਵਾਰੀ ਉਹਨਾਂ ਨੂੰ ਇਹ ਲੱਗੀ ਵੀ ਮੈਂ ਇਹ ਕਹਿੰਦਾ ਰਿਹਾ ਵੀ ਉਹ ਵਿਕ ਜਾਂਦੇ ਆ। ਮੈਂ ਸਾਰਿਆਂ ਲਈ ਕਦੇ ਵੀ ਗੱਲ ਨਹੀਂ ਕੀਤੀ ਵਿਕ ਜਾਂਦੇ, ਪਰ ਕੁਝ ਬੰਦੇ ਜਿਨ੍ਹਾਂ ਦੇ ਲਈ ਪੰਜਾਬ ਦੀ ਸਮਝ ਇਹ ਆ ਵੀ ਇਹਨਾਂ ਨੇ ਸਮੇਂ-ਸਮੇਂ ਤੇ ਹਿੱਤ ਵੇਚੇ ਆ ਲੋਕਾਂ ਦੇ। ਹੁਣ ਉਹ ਕਿਸ ਢੰਗ 'ਚ ਵੇਚੇ ਹੋਣ ਇਹ ਤਾਂ ਉਹਨਾਂ ਨੂੰ ਪਤਾ, ਪਰ ਇਹ ਸਮਝ ਆ ਪੰਜਾਬ ਦੇ ਲੋਕਾਂ ਦੀ, ਇਹ ਇਕੱਲੀ ਮੇਰੀ ਸਮਝ ਨਹੀਂ ਆ। ਪਰ ਜਿਵੇਂ ਲੱਖਾ ਕਹਿ ਰਿਹਾ ਹੈ, ਅੱਜ ਜਿੱਥੇ ਇੱਥੇ ਖੜੇ ਆ, ਅੱਜ ਜਦੋਂ ਮੈਨੂੰ ਕਹਿੰਦੇ ਇਹ ਗੱਲ ਕਹੀ ਗਈ ਵੀ ਸਟੇਜ ਤੇ ਨਹੀਂ ਬੋਲਣਾ, ਮੈਂ ਗੱਲ ਕਹੀ ਸਿਰ ਮੱਥੇ। ਹੁਣ ਵੀ ਜੋ ਕਹਿ ਰਹੇ ਆ ਸਿਰ ਮੱਥੇ, ਕੋਈ ਗੱਲ ਨਹੀਂ, ਪਰ ਵਿੱਚ ਜੇ ਕਾਮਰੇਡ ਲਾਣਾ, ਕੱਲ ਦੇਖੋ ਕਿਹੜੀ ਗੱਲ ਲੈ ਕੇ ਆਏ ਵਿੱਚ, ਕੋਈ ਹੋਰ ਹੀ ਰਿਹਾਈ ਦੀ ਗੱਲ ਲੈ ਆਏ। ਫਿਰ ਤਾਂ ਇਹ ਤਾਂ ਸਾਡੇ ਬਹੁਤ ਬੰਦੇ ਬੈਠੇ ਆ ਜਿਹੜੇ ਜੇਲ੍ਹਾਂ 'ਚ ਆ, ਅਸੀਂ ਉਹਨਾਂ ਦੀ ਰਿਹਾਈ ਦੀ ਗੱਲ ਕਰ ਲੈਂਦੇ ਆ, ਪਰ ਆਏ ਕਿਹੜੇ ਕੰਮ ਖਾਤਰ ਆ, ਗੱਲ ਕਿੱਧਰ ਨੂੰ ਤੁਰੀ ਜਾਂਦੀ ਆ। ਤੇ ਇੱਥੇ ਆ ਕੇ ਫਿਰ ਮੈਂ ਥੋੜਾ ਜਿਹਾ ਕਈ ਵਾਰੀ ਤੱਤਾਂ ਵਗ ਜਾਂਦਾ, ਪਰ ਮੈਨੂੰ ਇਹ ਗੱਲ ਸਿੱਖਣੀ ਪਊਗੀ ਵੀ ਇਹਨੂੰ ਵੀ ਬੜੀ ਸੁਹਿਰਦਤਾ ਨਾਲ। ਜਿਵੇਂ ਲੱਖਾ ਸਧਾਣਾ ਕਹਿ ਰਿਹਾ ਕਿ ਸਾਰਿਆਂ ਦਾ ਜਿਹੜੇ ਠੀਕ ਨਹੀਂ ਵੀ ਚੱਲ ਰਹੇ ਉਹ ਪਤਾ ਹੈ, ਪਰ ਉਹ ਅਜੇ ਸਮਾਂ ਨਹੀਂ ਹੈ ਗੱਲਾਂ ਕਰਨ ਦਾ, ਉਹ ਬਾਅਦ ਚ ਕਰਾਂਗੇ। ਬਿਲਕੁਲ, ਇਹ ਗੱਲ ਸਿਆਣਪ ਵਾਲੀ ਆ ਵੀ ਚਲੋ ਬਾਅਦ ਚ ਕਰਾਂਗੇ ਨਹੀਂ ਕਰਾਂਗੇ ਇਜ਼ ਆਲਸੋ ਨਾਟ ਇੰਪੋਰਟੈਂਟ, ਹਨਾ। ਇੰਪੋਰਟੈਂਟ ਕੀ ਆ? ਇੰਪੋਰਟੈਂਟ ਇਹ ਆ ਵੀ ਅਸੀਂ ਇੱਥੋਂ ਜਿੱਤ ਕੇ ਜਾਣਾ, ਤੇ ਅਸੀਂ ਉਹ ਜਜ਼ਬੇ ਨੂੰ ਜਿਹੜਾ ਜਿਵੇਂ ਜਾਗਿਆ ਜਿਹੜਾ ਪੰਜਾਬ, ਇਹਨੂੰ ਪੰਜਾਬ ਵਾਪਸ ਲੈ ਕੇ ਜਾਣਾ। ਸਾਡਾ ਤਾਂ ਟੀਚਾ ਇਹੀ ਆ।
ਜਿੱਤ ਸਾਡੇ ਕੋਲੇ ਹੋਵੇ ਤੇ ਇਹ ਜਜ਼ਬਾ ਅਸੀਂ ਵਾਪਸ ਲੈ ਕੇ ਚੱਲੀਏ, ਕਿਉਂਕਿ ਲੜਾਈ ਹਜੇ ਲੰਬੀ ਆ। ਹਜੇ ਪੰਜਾਬ ਨੇ ਬਹੁਤ ਲੜਾਈਆਂ ਲੜਨੀਆਂ। ਬਿਲਕੁਲ। ਤੋ ਇਹੀ ਗੱਲ ਆ ਭਾਈ। ਬਸ ਆਖਰ ਦੇ ਵਿੱਚ ਮੇਰਾ ਸਵਾਲ ਲੱਖਾ ਸਧਾਣਾ ਤੁਹਾਨੂੰ ਹੈ ਕਿ ਜਿਵੇਂ ਵਾਇਲੈਂਸ ਦੀ ਐਂਟੀਸਪੇਸ਼ਨ ਇਹ ਕਰ ਰਹੇ ਸੀ, ਤੁਹਾਨੂੰ ਲੱਗਦਾ ਹੈ ਕਿ ਇਹੋ ਜੀ ਗੜਬੜ ਹੋ ਸਕਦੀ ਹੈ? ਨਹੀਂ ਬਾਈ, ਉਹੀ ਗੱਲ ਆਪਾਂ ਪਹਿਲਾਂ ਕਰੀ ਹੈ ਨਾ, ਜਿਵੇਂ ਬਾਈ ਦੀ ਸਮਝ ਦੀਪ ਦੀ ਉਸ ਤਰ੍ਹਾਂ ਦੀ ਨਹੀਂ ਹੈਗੀ ਜਿਸ ਤਰ੍ਹਾਂ ਮੈਂ ਦੇਖਦਾ, ਜਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਵੀ ਨਹੀਂ, ਐਡਾ ਸੌਖਾ ਨਹੀਂ ਹੈਗਾ ਤੁਹਾਡਾ ਅੰਦੋਲਨ। ਦੁਨੀਆ ਦੀ ਨਜ਼ਰ ਤੁਹਾਡੇ ਇਸ ਅੰਦੋਲਨ ਦੇ ਉੱਤੇ, ਕਿਸਾਨਾਂ ਦੇ ਅੰਦੋਲਨ ਦੇ ਉੱਤੇ ਆ, ਤੇ ਐਡਾ ਸੌਖਾ ਨਹੀਂ ਕਿਸੇ ਵੀ ਤੁਸੀਂ ਘੋਲ ਦੇ ਵਿੱਚ ਇਸ ਤਰ੍ਹਾਂ ਉਹਨੂੰ ਉਹਦੇ ਡਾਂਗਾਂ ਭਰਾ ਦਿਓ ਤੇ ਗੋਲੀਆਂ ਚਲਾ ਦਿਓ, ਆਰਮੀ ਲਾ ਕੇ ਉਹਨੂੰ ਦਰੜਨ ਦੀ ਕੋਸ਼ਿਸ਼ ਕਰੋ। ਇਹ ਫਿਰ ਮੋਦੀ ਸਮਝ ਲਓ ਜੇ ਸਾਡੇ ਤੇ ਐਸੀ ਕਾਰਵਾਈ ਕਰਦਾ ਉਦਾਂ ਹੀ ਗਿਆ। ਇਹ ਗੱਲਾਂ ਸੌਖੀਆਂ ਨਹੀਂ। ਇਹ ਸਿੱਧਾ ਹੀ ਕਹਿ ਰਹੇ ਆ ਕਿ ਕਾਮਰੇਡ, ਇਹਨਾਂ ਨੂੰ ਲੱਗਦਾ ਕਿ ਕਾਮਰੇਡ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਸਿਆਸਤ ਚਾਹੁੰਦੇ ਆ। ਨਹੀਂ ਬਾਈ, ਗੱਲ ਦੀਪ ਨੇ ਗੱਲ ਕਹੀ, ਜਿਵੇਂ ਕੱਲ ਉਧਰ ਜਿਹੜੇ ਉਗਰਾਹਾਂ ਵਾਲੇ ਹੈਗੇ ਆ, ਉਹਨਾਂ ਨੇ ਨਾ ਇੱਕ ਜਿਹੜੇ ਬੁੱਧੀਜੀਵੀ ਨੇ ਉਹ ਜਿਹੜੇ ਫੜੇ ਹੋਏ ਨੇ, ਉਹਨਾਂ ਦੀਆਂ ਫੋਟੋਆਂ ਲਾ ਕੇ, ਤੇ ਕੱਲ ਮਨੁੱਖੀ ਅਧਿਕਾਰਾਂ ਦਾ ਦਿਨ ਸੀਗਾ, ਉਸ ਦਿਨ ਦੇ ਉੱਤੇ ਉਹਨਾਂ ਨੇ ਇੱਕ ਫੋਟੋਆਂ ਲਾਈਆਂ ਵੀ ਆਹ ਜਿਹੜੇ ਬੰਦੇ ਨੇ, ਕੋਈ ਲੇਖਕ ਨੇ, ਕੋਈ ਮਤਲਬ ਕਿ ਬੁੱਧੀਜੀਵੀ ਨੇ, ਹਨਾ, ਕੋਈ ਉਹਨਾਂ ਚ ਵਕੀਲ ਨੇ, ਕੋਈ ਪ੍ਰੋਫੈਸਰ ਨੇ, ਤਾਂ ਉਹ ਬੰਦਿਆਂ ਨੂੰ ਤੁਸੀਂ, ਜਿਹੜੇ ਬੇਕਸੂਰ ਲੋਕ ਨੇ, ਉਹਨਾਂ ਨੂੰ ਤੁਸੀਂ ਤਾੜਿਆ ਹੋਇਆ ਰਿਹਾ ਕੀਤਾ ਜਾਵੇ। ਠੀਕ ਹੈ, ਇਹ ਇੱਕ ਮੰਗ ਜਾਇਜ਼ ਮੰਗ ਹੈ। ਅਸੀਂ ਇਸ ਗੱਲ ਦੇ ਸਾਡੀ ਕੋਈ ਤਾਂ ਅਲੱਗ ਰਾਏ ਨਹੀਂ ਹੈਗੀ, ਮੇਰੀ ਅਲੱਗ ਰਾਏ ਨਹੀਂ ਹੈਗੀ ਵੀ ਜਿਹੜੇ ਵੀ ਬੰਦੇ ਅੱਜ ਸਰਕਾਰ, ਇਹ ਤਾਨਾਸ਼ਾਹੀ ਸਰਕਾਰ ਜਿਹੜੀ, ਉਹ ਕਿਸੇ ਨੂੰ ਮਾਓਵਾਦੀ ਕਹਿ ਕੇ, ਕਿਸੇ ਨੂੰ ਖਾਲਿਸਤਾਨੀ ਕਹਿ ਕੇ, ਸਾਡੇ ਵੀ ਤਾਂ ਬੰਦੇ 40-40 ਸਾਲ ਦੇ ਜਿਹੜੇ ਬੰਦੀ ਸਿੰਘ ਆ ਬੰਦ ਕੀਤੇ ਹੋਏ ਨੇ ਨਾ, ਗੱਲ ਤਾਂ ਉਹਨਾਂ ਦੀ ਵੀ ਹੈਗੀ ਹੈ। ਪਰ ਅੱਜ ਸਾਨੂੰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜੇ ਉਹ ਕੀਤਾ ਠੀਕ ਆ, ਉਹ ਗੱਲ ਜਾਇਜ਼ ਆ, ਗੱਲ ਨਜਾਇਜ਼ ਨਹੀਂ ਹੈਗੀ। ਸਾਡੀ ਵੀ ਮੰਗ ਜਾਇਜ਼ ਆ, ਨਜਾਇਜ਼ ਨਹੀਂ ਹੈਗੀ। ਸਾਡੀਆਂ ਪੰਜਾਬ ਦੀਆਂ ਹੋਰ ਬਥੇਰੀਆਂ ਮੰਗਾਂ ਨੇ, ਜਿਵੇਂ ਦੀਪ ਨੇ ਕਿਹਾ ਕਿ ਉਹ ਅਸੀਂ ਗਾਹਾਂ ਇੱਕ ਕਦਮ ਦਰ ਕਦਮ ਅੱਗੇ ਹੌਲੀ ਹੌਲੀ ਇਸ ਜਿੱਤ ਤੋਂ ਬਾਅਦ ਉਹਨਾਂ ਵੱਲ ਵੀ ਵਧਣਾ। ਪਰ ਗੱਲ ਜਿਹੜੀ ਅੱਜ ਹੋਣੀ ਚਾਹੀਦੀ ਆ, ਉਹ ਏਜੰਡਾ ਕਿਸਾਨੀ ਹੋਣਾ ਚਾਹੀਦਾ। ਅੱਜ ਦੇਖੋ, ਮੈਂ ਦੇਖ ਰਿਹਾ ਸੀਗਾ ਜਿਹੜਾ ਇਹਨਾਂ ਦਾ ਮੀਡੀਆ, ਨੈਸ਼ਨਲ ਮੀਡੀਆ, ਉਹਨਾਂ ਨੇ ਗੱਲਾਂ ਚਲਾਤੀਆਂ, ਉਹ ਫੋਟੋਆਂ ਲਾ ਕੇ ਸਾਰੀਆਂ ਕਿ ਆਹ ਦੇਖੋ ਇਹ ਕਿਸਾਨ ਨੇ, ਇਹ ਤਾਂ ਇਹਨਾਂ ਦੀ ਰਿਹਾਈ ਵਾਲੇ ਬੰਦੇ ਬੈਠੇ ਨੇ, ਇਹ ਤਾਂ ਇਹਨਾਂ 'ਚ ਆਹ ਵੜ ਗਏ, ਆਹ ਵੜ ਗਏ। ਜਾਣੀ ਉਹਨਾਂ ਨੂੰ ਮੌਕਾ ਕਿਉਂ ਦਿੰਦੇ ਹੋ? ਮੌਕਾ ਮਿਲ ਗਿਆ, ਮੌਕਾ ਨਾ ਦਿਓ ਉਹਨਾਂ ਲੋਕਾਂ ਨੂੰ। ਤਾਂ ਇਸ ਕਰਕੇ ਵੀ ਸਾਡਾ ਜਿਹੜਾ ਸਾਰਾ ਧਿਆਨ ਕੇਂਦਰਿਤ ਹੋਣਾ ਚਾਹੀਦਾ, ਇਕੱਲੀ ਕਿਸਾਨੀ ਦਾ ਏਜੰਡਾ ਹੋਣਾ ਚਾਹੀਦਾ। ਜਿਵੇਂ ਮੈਂ ਇੱਥੇ ਟੋਕ ਰਿਹਾ, ਦੀਪ ਕਹਿੰਦੇ ਆ ਕਿ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰੀਏ, ਅਸੀਂ ਫੈਡਰਲ ਸਟਰਕਚਰ ਨੂੰ ਹੋਰ ਸਟਰੋਂਗ ਕਰਨ ਦੀ ਗੱਲ ਕਰੀਏ, ਉਹ ਬਾਅਦ ਦੀ ਗੱਲ ਹੈ। ਹੁਣ ਜਿਹੜੇ ਜਿੱਥੇ ਅਸੀਂ ਜਿਸ ਪੋਜੀਸ਼ਨ ਤੇ ਬੈਠੇ ਆ, ਇਸ ਪੜਾਅ ਤੇ ਸਿਰਫ ਸਾਨੂੰ ਬਿਲਾਂ ਤੱਕ ਸੀਮਤ ਰਹਿਣਾ ਚਾਹੀਦਾ। ਬਾਈ, ਅਸੀਂ ਕਦੇ ਵੀ ਨਾ ਪੂਰੀ ਰੋਟੀ ਨਹੀਂ ਮੂੰਹ 'ਚ ਪਾ ਸਕਦੇ ਹੁੰਦੇ। ਪਾ ਲਾਂਗੇ ਆ ਰੋਟੀ ਪਈ ਆ, ਇਹਨੂੰ ਚੱਕ ਕੇ ਕਰੀ ਖਾ ਲਾਂਗੇ, ਆਪਾਂ ਬੁਰਕੀ ਨਾ ਖਾਂਦੇ ਆ ਨਾ। ਐਂ ਇਹ ਹੁੰਦਾ, ਅਸੀਂ ਇੱਕ ਲੜਾਈ ਜਿੱਤ ਕੇ ਸਾਡਾ, ਤੁਸੀਂ ਇਹ ਦੇਖੋ, ਮਨੋਬਲ ਸਮਾਨ ਤੇ ਚਲਾ ਜਾਣਾ। ਬਿਲਕੁਲ। ਅਸੀਂ ਦੂਜੀਆਂ ਵੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ, ਉਹ ਸਾਰੀਆਂ ਮੰਗਾਂ ਖੁਦਮੁਖਤਿਆਰੀ ਦੀਆਂ ਗੱਲਾਂ ਨੇ, ਜਿਹੜੀਆਂ ਵੱਧ ਅਧਿਕਾਰਾਂ ਦੀਆਂ ਗੱਲਾਂ ਨੇ, ਸਾਡੇ ਪਾਣੀਆਂ ਦੀਆਂ ਗੱਲਾਂ ਨੇ, ਰਾਜਧਾਨੀ ਦੀਆਂ ਗੱਲਾਂ ਨੇ, ਬੋਲੀਆਂ ਨੇ, ਸਾਰਾ ਮੈਂ ਤਾਂ ਆਪ ਉਹੀ ਗੱਲਾਂ ਸਟੇਜਾਂ ਤੇ ਕਰਦਾ ਨੇ, ਉਹੀ ਗੱਲਾਂ ਦੀਪ ਕਰਦਾ ਰਿਹਾ। ਮੈਂ ਇਸ ਗੱਲ ਦਾ ਪੂਰਨ ਤੌਰ ਤੇ ਹਮਾਇਤੀ ਹਾਂ ਕਿ ਉਹ ਸਾਡਾ ਵੱਡੀ ਲੜਾਈ ਹੈ ਇੱਕ, ਜਿਹਦੇ ਲਈ ਅਸੀਂ ਇੱਥੋਂ ਤਿਆਰ ਹੋ ਕੇ ਜਾਣਾ। ਜੇ ਇੱਥੋਂ ਅਸੀਂ ਨਿਰਾਸ਼ਤਾ ਪੱਲੇ ਲੈ ਕੇ ਚਲੇ ਗਏ ਤਾਂ ਫਿਰ ਉਹ ਲੜਾਈਆਂ ਅਸੀਂ ਕਿੱਥੋਂ ਲੜ ਲਾਂਗੇ, ਕਿੱਥੋਂ ਹੀ ਜਿੱਤ ਲਾਂਗੇ। ਇਹ ਜਿੱਤ ਸਾਡੀਆਂ ਉਹ ਲੜਾਈਆਂ ਵੱਲ ਸਾਨੂੰ ਲੈ ਕੇ ਜਾਊ, ਤੇ ਮੈਨੂੰ ਇਹ ਲੱਗਦਾ ਕਿ ਉਹ ਵਾਹਿਗੁਰੂ, ਉਹ ਪ੍ਰਮਾਤਮਾ ਜੇ ਸਾਨੂੰ ਦਿੱਲੀ ਤੱਕ ਲੈ ਕੇ ਆਇਆ ਤਾਂ ਝੋਲੀ ਸਾਡੀ ਜਿੱਤ ਵੀ ਪਵਾ ਕੇ ਜਾਊਗਾ। ਤੇ ਇੱਥੋਂ ਸ਼ੁਰੂਆਤ ਹੋਣੀ ਹੈ ਸਾਡੀ ਜ਼ਬਾਨੀ, ਇੱਥੋਂ ਇੱਕ ਨਵੀਂ ਸ਼ੁਰੂਆਤ ਕਰੂਗੀ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਹੱਕ ਨੇ ਜਿਹੜੇ ਸਾਡੇ, ਉਹਨਾਂ ਲਈ ਕਿਵੇਂ ਜੂਝਣਾ, ਕਿਵੇਂ ਸੰਘਰਸ਼ ਕਰਨਾ, ਉਹ ਸਾਡੇ ਲਈ ਬਿਗਲ ਵੱਜ ਚੁੱਕਿਆ। ਇਹ ਪ੍ਰਮਾਤਮਾ ਹੀ ਚਾਹੁੰਦਾ ਹੁੰਦਾ। ਅਸੀਂ 20 ਦਿਨ ਮੱਕੜ ਪਹਿਲਾਂ ਚਾਹਿਆ ਸੀ ਦਿੱਲੀ ਵਗ ਜਾਾਂਗੇ, ਕੋਈ ਸੋਚ ਹੀ ਨਹੀਂ ਸੀ ਕਿਸੇ ਬੰਦੇ ਦੀ। ਬਾਤੀਆਂ ਜਥੇਬੰਦੀਆਂ ਦਾ ਇਹ ਸੋਚ ਸੀ ਵੀ ਇੱਥੇ ਪੰਜਾਬ ਦੇ ਬਾਰਡਰਾਂ ਤੇ ਬਹਿ ਕੇ ਮੁੜ ਜਾਣਾ, ਪਰ ਲੋਕਾਂ ਦੇ ਦੇਖੋ ਰੋਹ ਨੇ ਚੱਕ ਕੇ ਦਿੱਲੀ ਲਿਆਤਾ। ਫਿਰ ਅਗਲੀ ਗੱਲ ਤੁਹਾਨੂੰ ਦੱਸਦਾ, ਫਿਰ ਕੋਈ ਜਥੇਬੰਦੀਆਂ ਦਾ ਇਹ ਸੁਝਾਅ ਸੀਗਾ ਵਿੱਚੋਂ 5-7 ਦਾ ਕਿ ਬਰਾੜੀ ਬਹਿ ਜਾਓ। ਕੁਦਰਤ ਨੇ ਫੇਰ ਭਾਣਾ ਵਰਤਾਇਆ ਕਿ ਤੁਹਾਨੂੰ ਬਰਾੜੀ ਨਹੀਂ ਵੜਨ ਦਿੱਤਾ, ਤੁਹਾਨੂੰ ਦਿੱਲੀ ਘਰਾਤੀ ਪਾਸੇ ਬਿਠਾ ਲਿਆ। ਇਹ ਬੰਦਾ ਥੋੜੀ ਸੋਚ ਸਮਝ ਕੇ ਕਰ ਸਕਦਾ, ਬੰਦੇ ਦੇ ਹਿਸਾਬ ਨਾਲ ਕੱਖ ਨਹੀਂ ਚੱਲਦਾ। ਤੇ ਜੇ ਆਪਾਂ ਸੋਚਾਂਗੇ ਵੀ ਪਲਾਨ ਕਰਕੇ ਚੱਲੋ ਜੀ, ਰਣਨੀਤੀ ਤੈਅ ਕਰਕੇ ਚੱਲੋ, ਕਦੇ ਵੀ ਨਹੀਂ ਹੋਇਆ। ਤਾਂ ਤੁਹਾਨੂੰ ਵੀ ਲੱਗਦਾ ਜਿਵੇਂ ਦੀਪ ਸਿੱਧੂ ਕਹਿ ਰਹੇ ਕਿ ਕੁਦਰਤ ਕਰਾ ਰਹੀ ਹੈ? ਮੈਂ ਤਾਂ ਬਾਈ, ਮੇਰੀ ਜ਼ਿੰਦਗੀ 'ਚ ਹਾਦਸੇ ਹੋਏ ਨੇ, ਮੈਂ ਤਾਂ ਬੜਾ ਨੇੜੇ ਆ ਉਸ ਹਿਸਾਬ ਨਾਲ। ਤਾਂ ਮੈਂ ਤਾਂ ਉਸ ਗੱਲ ਨੂੰ ਮੰਨਦਾ ਕੁਦਰਤ ਨੂੰ, ਕਿ ਜਿਹੜੇ ਹਿਸਾਬ ਨਾਲ ਮੈਂ ਬਚ ਪੁੱਛ ਕੇ ਆਉਂਦਾ ਰਿਹਾ ਸਿਰ 'ਚ ਗੋਲੀਆਂ ਖਾ ਕੇ, ਤਾਂ ਮੈਂ ਤਾਂ ਬਾਹਲੀ ਉਸ ਚੀਜ਼ ਨੂੰ ਸਮਝਿਆ ਹੋਇਆ ਕਿ ਨਹੀਂ ਯਾਰ, ਕੁਦਰਤ ਤੋਂ ਬਿਨਾਂ ਇੱਥੇ ਪੱਤਾ ਨਹੀਂ ਹਿਲਦਾ। ਜੋ ਉਹਦੀ ਰਜ਼ਾ 'ਚ ਹੋਣਾ ਤਾਂ ਹੋਣਾ ਹੀ ਹੋਣਾ। ਇੱਥੋਂ ਇਹ ਮੈਨੂੰ ਪੂਰਨ ਉਮੀਦ ਆ ਵੀ ਪ੍ਰਮਾਤਮਾ ਸਾਡੀ ਜਿੱਤ ਝੋਲੀ ਪਾ ਕੇ ਜਾਵੇ। ਤੁਸੀਂ, ਮੇਰਾ ਆਖਰੀ ਸਵਾਲ ਹੈ, ਬਿਲਕੁਲ ਮੈਨੂੰ ਪਤਾ ਲੱਖਾ ਸਧਾਣਾ ਨੇ ਜਾਣਾ ਵੀ ਹੈ, ਹਾਲਾਂਕਿ ਇਹ ਇਕੱਠੇ ਨੇ ਅੱਜ ਰਾਤ ਇਸੇ ਟੈਂਟ ਦੇ ਵਿੱਚ ਨੇ, ਉਹੋ ਜੀ ਕੋਈ ਗੱਲ ਨਹੀਂ ਹੈਗੀ। ਬਿਲਕੁਲ,
ਹਾਂ ਜਿਹਨੇ ਮਿਲਣਾ ਮੁਲਣਾ ਹੋਇਆ ਇਹ ਆਪਣਾ ਇੱਥੇ ਤੰਬੂ 'ਚ ਆ ਜਾਓ, ਕੋਈ ਗੱਲ ਨਹੀਂ, ਗੱਲਾਂ ਬਾਤਾਂ ਰਾਤ ਨੂੰ ਮੁੰਡਾ ਮੰਡਾ ਨਾਲ ਬਹਿ ਕੇ ਕਰਾਂਗੇ। ਠੀਕ ਆ। ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਸਟੇਜ ਤੇ ਬੋਲਣਾ ਇੰਪੋਰਟੈਂਟ ਨਹੀਂ ਹੈ, ਲੱਖੇ ਸਿਧਾਣੇ ਨੇ ਵਿੱਚੋਂ ਇੱਕ ਗੱਲ ਕੀਤੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਥੇਬੰਦੀਆਂ ਦੀ ਮੀਟਿੰਗ 'ਚ ਅਸੀਂ ਵੀ ਬੈਠੀਏ, ਮਤਲਬ ਤੁਸੀਂ ਔਰ ਲੱਖਾ ਸਿਧਾਣਾ ਵੀ ਬੈਠੋ। ਤਾਂ ਤੁਸੀਂ ਉਸ ਗੱਲ ਇਨਕਲਾਈਨਡ ਹੈਗੇ ਹੋ ਉਧਰ ਨੂੰ ਕਿ ਜੇ ਉਹ ਬੈਠਣ ਦਾ ਮੌਕਾ ਮਿਲਦਾ ਹੈ ਜਾਂ ਤੁਸੀਂ ਬੈਠਣਾ ਚਾਹੁੰਦੇ ਹੋ? ਦੇਖੋ ਗੱਲ ਆਏ ਆ ਬਾਈ ਜੀ, ਜੇ ਇੱਕ ਟੀਮ ਵਰਕ ਕਰਨ ਨੂੰ ਉਹਦੇ ਤੇ ਅਸੀਂ ਸਹਿਮਤੀ ਆਪਦੀ ਬਣਾਉਣੇ ਆ ਤਾਂ ਕਿਉਂ ਨਹੀਂ। ਔਰ ਇਹ ਵੀ ਜ਼ਰੂਰੀ ਨਹੀਂ ਵੀ ਅਸੀਂ ਬੈਠੀਏ। ਜ਼ਰੂਰੀ ਕੀ ਆ, ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਹੁੰਦੀ ਰਹੇ, ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਰਹੇ, ਅੱਜ ਪੰਜਾਬ ਦੀ ਜਿੱਤ ਦੀ ਗੱਲ ਹੋਵੇ। ਜੇ ਉਹ ਆਪ ਇਕੱਲੇ ਵੀ ਕਰੀ ਜਾਂਦੇ ਆ, ਉਸ ਗੱਲ ਤੇ ਖੜੇ ਆ, ਕੋਈ ਪ੍ਰੋਬਲਮ ਨਹੀਂ। ਲੀਡਰਸ਼ਿਪ ਦੇ ਵਾਂਗੂ ਐਕਟ ਕਰੇ, ਕੋਈ ਪ੍ਰੋਬਲਮ ਨਹੀਂ। ਫਿਰ ਆਪਣਾ ਜਾਣਾ ਨਾ ਜਾਣਾ ਤਾਂ ਕੋਈ ਮਤਲਬ ਨਹੀਂ ਹੈ ਨਾ ਭਾਈ। ਦੋ ਗੱਲਾਂ ਇਹਦੇ 'ਚ ਹੋਰ ਆਪਾਂ ਕਰਨੀਆਂ ਸੀ। ਅਸੀਂ ਵਾਇਲੈਂਸ ਤੋਂ ਨਹੀਂ ਡਰਦੇ। ਦੇਖੋ ਸਾਡਾ ਦੁਸ਼ਮਣ ਆ ਜਿਹੜਾ ਨਿਰਦਈ ਆ, ਜ਼ਾਲਮ ਆ, ਸ਼ਾਤਰ ਆ, ਤੇ ਬਹੁਤ ਜ਼ਿਆਦਾ ਉਹਦੀ ਮਾਨਸਿਕਤਾ ਇਹੋ ਜੀ ਆ ਵੀ ਉਹ ਕਿਸੇ ਵੀ ਹੱਦ ਤੱਕ ਗਿਰ ਸਕਦਾ। ਇਹ ਸਰਕਾਰ ਦੀ ਤਾਸੀਰ ਆ, ਤੇ ਉਹ ਜੇ ਸਾਡੇ ਤੇ ਵਾਇਲੈਂਸ ਵੀ ਕਰਦੀ ਆ ਨਾ, ਉਹਦੇ ਤੋਂ ਥੋੜੀ ਡਰਦੇ ਆ ਅਸੀਂ। ਵਾਇਲੈਂਸ ਪਹਿਲਾਂ ਨਹੀਂ ਝੱਲੇ ਪੰਜਾਬ ਨੇ, ਬਥੇਰੇ ਝੱਲੇ ਆ। ਜਿੱਦੇ ਤੁਰੇ ਸੀ ਉਹਦੇ ਵੀ ਤਾਂ ਇਹ ਮੰਨ ਕੇ ਤੁਰੇ ਆ ਵੀ ਹੁਣ ਕੋਈ ਨਹੀਂ, ਜਿੱਧਰ ਨੂੰ ਗੱਲ ਜਾਂਦੀ ਆ ਫਿਰ ਆਉਣ ਦੋ। ਅਸੀਂ ਸਟੇਟ ਨਾਲ ਲੜ ਰਹੇ ਆ, ਕੋਈ ਮਾੜੀ ਧੀੜੀ ਗੱਲ ਥੋੜੀ ਆ, ਪਰ ਵਾਇਲੈਂਸ ਤੋਂ ਨਹੀਂ ਅਸੀਂ ਡਰਦੇ। ਵਾਇਲੈਂਸ ਨੂੰ ਕੋਈ ਸਾਡੇ ਉੱਤੇ ਇਸ ਤਰ੍ਹਾਂ ਥੋਪੇ ਵੀ ਸਾਡੇ ਬੰਦਿਆਂ ਦੀਆਂ ਮੌਤਾਂ ਤੇ ਕੁਝ ਖੜਾ ਕਰਨਾ ਚਾਹੇ, ਉਹ ਵਾਇਲੈਂਸ ਸਾਨੂੰ ਮਨਜ਼ੂਰ ਨਹੀਂ ਹੈ। ਉਹ ਤਾਂ ਸਾਡੇ ਨਾਲ ਬਥੇਰੇ ਧੋਖੇ ਹੋਏ ਆ ਪਹਿਲਾਂ। ਗੁਰੂ ਦੇ ਨਾਂ ਤੇ ਸ਼ਹਾਦਤ ਲੈ ਲਓ ਨਾ ਸਾਡੀ, ਅਸੀਂ ਤਿਆਰ ਆ। ਸੋ ਗੱਲ ਇੱਥੇ ਆ। ਦੂਜੀ ਗੱਲ ਆ, ਵੱਧ ਅਧਿਕਾਰਾਂ ਦੀ ਗੱਲ ਆਪਾਂ ਕਰਦੇ ਆ। ਇੱਥੇ ਬੈਠ ਕੇ ਵੱਧ ਅਧਿਕਾਰਾਂ ਦੀ ਗੱਲ ਨਹੀਂ ਹੋ ਰਹੀ। ਇੱਥੇ ਬੈਠ ਕੇ ਅੱਜ ਗੱਲ ਕੀ ਹੋ ਰਹੀ ਆ, ਉਹ ਆਪਾਂ ਪੰਜਾਬ ਬੈਠ ਕੇ ਕਰਦੇ ਸੀ ਵੀ ਇਹ ਨਵੇਂ ਕਾਨੂੰਨ ਜਿਹੜੇ ਆਏ ਆ, ਇਹ ਤਾਂ ਲੱਛਣ ਆ ਬਿਮਾਰੀ ਦੇ। ਬਿਮਾਰੀ ਕਿੱਥੇ ਪਈ ਆ? ਬਿਮਾਰੀ ਪਈ ਆ, ਉਹਦੀ ਜੜ ਕਦੋਂ ਪੱਟੀ ਜਾਊ? ਜੜ ਉਦੋਂ ਪੱਟੀ ਜਾਊ ਜਦੋਂ ਸਾਡੇ ਕੋਲੇ ਖੁਦ ਮੁਖਤਿਆਰੀ ਹੋਊ, ਇਹ ਫੈਡਰਲ ਸਿਸਟਮ, ਸਟੇਟ ਸੈਂਟਰ ਰਿਲੇਸ਼ਨਸ਼ਿਪ ਰੀਡਿਫਾਈਨ ਹੋਏ, ਹਨਾ। ਅੱਜ ਇੱਥੇ ਬੈਠ ਕੇ ਤਾਂ ਅਸੀਂ ਕਾਨੂੰਨਾਂ ਦੇ ਚੱਕਰ 'ਚ ਹੀ ਬੈਠੇ ਆ ਵੀ ਆ 3 ਕਾਨੂੰਨ ਤੁਸੀਂ ਵਾਪਸ ਲਓ, ਸਾਡੀ ਇੱਥੋਂ ਜਿੱਤੀ ਉਹ ਆ। ਤੇ ਇਹ ਗੱਲ ਹੀ ਸੰਗਤ ਇਹੀ ਚਾਹੁੰਦੀ ਆ, ਤੇ ਮੈਂ ਆਪਦੀ ਸਿਰਫ ਗੱਲ ਲੈ ਕੇ ਗਿਆ ਸੀ, ਤੇ ਉਹ ਗੱਲ ਲੈ ਕੇ ਗਏ। ਉਹ ਗੱਲ ਚਲੋ ਜਿਸ ਢੰਗ ਨਾਲ ਹੋਣਾ ਹੀ ਹੁੰਦਾ, ਭਾਣਾ ਵਾਪਰਨਾ ਹੁੰਦਾ, ਉਹ ਵਾਪਰਨਾ ਹੀ ਹੁੰਦਾ। ਪਰ ਇਹਦੇ 'ਚ ਕੁਝ ਚੰਗਾ ਸਾਨੂੰ ਬਹੁਤ ਕੁਝ ਨਿਕਲਿਆ ਹੈ, ਮੈਨੂੰ ਲੱਗਦਾ। ਵਾਪਸੀ ਛੇਤੀ ਹੋ ਗਈ ਤੁਹਾਡੀ। ਤਾਂ ਇਹ ਚੰਗੀ ਗੱਲ ਹੈ। ਲੋਕ ਇਹ ਤਸਵੀਰ ਦੇਖਣਾ ਚਾਹੁੰਦੇ ਨੇ, ਤੁਹਾਨੂੰ ਦੋਨਾਂ ਨੂੰ ਇਕੱਠਿਆਂ ਦੇਖਣਾ ਚਾਹੁੰਦੇ ਨੇ। ਔਰ ਜੇ ਵਿਚਾਰਕ ਮਤਭੇਦ ਹੈਗੇ ਆ ਤਾਂ ਉਹਨਾਂ ਦੀ ਰਿਸਪੈਕਟ ਵੀ ਹੋਣੀ ਚਾਹੀਦੀ। ਤੁਸੀਂ ਇੱਕ ਦੂਜੇ ਦੇ ਵਿਚਾਰਕ ਮਤਭੇਦ ਵੀ, ਮੈਂ ਸੱਚੀ ਦੱਸਾਂ ਤਾਂ ਕੁਝ ਐਸੇ ਹੈ ਨਹੀਂ। ਮਤਭੇਦ ਇਹੀ ਇੰਨੇ ਕੀ ਆ ਵੀ ਯਾਰ ਤੂੰ ਗੱਲ ਨਹੀਂ ਸੁਣਦਾ। ਠੀਕ ਕਹਿ ਰਹੇ। ਹਾਂ ਬਿਲਕੁਲ। ਹਾਂ ਗੱਲ ਥੋੜੀ ਸੁਣ ਲਿਆ ਕਰ ਸਾਡੀ ਬੋਲਣ ਤੋਂ ਪਹਿਲਾਂ ਇੰਨਾ ਤਾਂ ਲੋਕ ਇਹ ਬਾਕੀ ਪਤਾ ਕੀ ਆ ਬਾਈ, ਬਿਲਕੁਲ ਗੱਲ ਠੀਕ ਹੈ। ਵਿਚਾਰਕ ਮਤਭੇਦ ਵੀ ਐਡੀ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ। ਬਸ ਥੋੜੀ ਜਿਹੀ ਨਾ ਅੱਡੋ ਅੱਡੀ ਬੰਦਿਆਂ ਦੀ ਬਾਈ ਸਮਝਣ ਦੀ ਜਿਹੜੀ ਉਹ ਅੱਡੋ ਅੱਡੀ ਬੰਦੇ ਦੀ ਫਿਤਰਤ ਆ, ਹਨਾ। ਕੋਈ ਬੰਦਾ ਕਿਸੇ ਗੱਲ ਨੂੰ ਕਿਵੇਂ ਸਮਝਦਾ, ਕੋਈ ਕਿਵੇਂ ਸਮਝਦਾ। ਹੌਲੀ ਹੌਲੀ ਸਾਡੀ ਸਮਝ ਵੀ ਉਹੋ ਜਿਹੀ ਇੱਕੋ ਜਿਹੀ ਬਣਨ ਲੱਗ ਜਾਣੀ ਜਦੋਂ ਗੱਲਾਂ ਬਾਤਾਂ ਕਰਾਂਗੇ, ਬੈਠਾਂਗੇ, ਹਨਾ। ਕਿਉਂਕਿ ਜਦੋਂ ਇੱਕ ਘੋਲ ਦੇ ਵਿੱਚ ਆਪਾਂ ਇਕੱਠੇ ਚੱਲਦੇ ਹਾਂ, ਪਰ ਬੜੀਆਂ ਕੁਝ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ। ਕੋਈ ਗੱਲ ਨਹੀਂ ਇਹ ਜੀ, ਆਉਣ ਵਾਲੇ ਸਮੇਂ ਦੇ ਵਿੱਚ ਬੜਾ ਕੁਝ ਜਿਹੜਾ ਉਹ ਪੰਜਾਬ ਨੇ ਹਲੇ ਬਹੁਤ ਕੁਝ ਦੇਖਣਾ ਕਰਨਾ, ਹਨਾ। ਤਾਂ ਸਾਰੇ ਹੀ ਮੈਂ ਕਹਿੰਦਾ ਬਾਈ ਇਸ ਗੱਲੋਂ ਵਧਾਈ ਦੇ ਪਾਤਰ ਨੇ, ਜਿੰਨਾ ਵੀ ਪੰਜਾਬ ਇੱਥੇ ਆਇਆ ਵਾ। ਤੇ ਅਖੀਰ ਦੇ ਉੱਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਹੁਣ ਜਿਹੜੇ ਭਰਾਵੋ ਘਰੇ ਬੈਠੇ ਆ, ਉਹ ਵੀ ਆ ਜਾਓ ਹੁਣ ਵੱਧ ਤੋਂ ਵੱਧ, ਹਨਾ। ਇਹਨੂੰ ਹੋਰ ਸਟਰੋਂਗ ਕਰਨ ਦੀ ਲੋੜ ਹੈ ਹਲੇ। ਤੁਹਾਨੂੰ ਲੱਗਦਾ ਹੈ ਕਿ ਹੋਰ ਪ੍ਰੈਸ਼ਰ ਪਾਇਆ ਜਾਵੇ ਤਾਂ ਫਿਰ ਉਧਰ ਨੂੰ ਜਾਵਾਂਗੇ ਕਿ ਵਾਪਸੀ ਹੋਵੇ, ਰਿਪੀਲ ਹੋਣ ਲਾਜ਼? ਬਿਲਕੁਲ ਬਿਲਕੁਲ ਬਾਈ। ਜਿੰਨਾ ਨਾ ਕੱਲ ਇੱਕ ਸਰਦਾਰ ਜਮੇਰ ਸਿੰਘ ਨੇ ਬੜੀ ਸੋਹਣੀ ਗੱਲ ਕਹੀ ਸੀ, ਮੈਂ ਵੀ ਉੱਥੇ ਕੋਲੇ ਖੜਾ, ਜਿਨ੍ਹਾਂ ਨੇ ਕਿਤਾਬ ਇੱਕ ਰਿਲੀਜ਼ ਕੀਤੀ ਹੈ ਕਿ ਤੁਸੀਂ ਤੁਹਾਡੀ ਮੇਜ਼ ਤੇ ਉਨੀ ਜ਼ਿਆਦਾ ਪੁੱਛ ਕੇ ਉਦੋਂ ਹੀ ਹੋ ਜਦੋਂ ਜਿੰਨਾਂ ਤੁਸੀਂ ਮੈਦਾਨ ਦੇ ਵਿੱਚ ਮਜ਼ਬੂਤ ਹੋ। ਜੇ ਤੁਸੀਂ ਮੈਦਾਨ ਦੇ ਵਿੱਚ ਜੰਗ ਜਦੋਂ ਲੜਦਾ ਹੁੰਦਾ ਕੋਈ ਬੰਦਾ, ਮੈਦਾਨ ਦੇ ਵਿੱਚ ਮਜ਼ਬੂਤ ਨਾ ਹੋਵੇ, ਉੱਥੇ ਫਿਰ ਉਹਦਾ ਬਾਹਲਾ ਕੋਈ ਸੁਣਵਾਈ ਨਹੀਂ ਹੁੰਦੀ। ਬਿਲਕੁਲ ਠੀਕ। ਅਗਲਾ ਕਹਿੰਦਾ ਇਹਦੇ ਪੱਲੇ ਕੀ ਆ, ਕੋਈ ਗੱਲ ਨਹੀਂ, ਨੂੰ ਉੱਥੇ ਤੁਰਿਆ ਫਿਰਦੇ। ਪਰ ਜਦੋਂ ਉਹਨੂੰ ਇਹ ਲੱਗਦਾ ਹੋਵੇ ਨਹੀਂ ਮੈਦਾਨ 'ਚ ਆਪਣੀਆਂ ਇਹ ਬੱਖੀਆਂ ਭੰਨ ਦੂ, ਹੁਣ ਇੱਥੇ ਦੀ ਗੱਲ ਸੁਣਨੀ ਚਾਹੀਦੀ ਹੈ, ਤਾਂ ਉਹ ਮੈਦਾਨ ਸਾਨੂੰ ਮਜ਼ਬੂਤ ਕਰਨਾ ਪੈਣਾ। ਉਹ ਮੈਦਾਨ ਹਲੇ ਲੋਕ, ਮੈਨੂੰ ਲੱਗਦਾ ਕਿ 10 ਲੱਖ ਬੰਦਾ ਇੱਥੇ ਆਇਆ ਹੋਣਾ, ਸਾਰੇ ਪਾਸੇ 4 ਸਪੇਰੇ ਬਾਰਡਰਾਂ ਤੇ। ਮੈਂ ਚਾਹੁੰਦਾ ਕੱਲ ਨੂੰ ਜਥੇਬੰਦੀਆਂ ਦਾ ਐਲਾਨ ਹੈ ਕਿ ਜਿਹੜਾ 12 ਤਰੀਕ ਆ ਕੱਲ ਨੂੰ, ਜਿਹੜਾ ਜੈਪੁਰ ਵਾਲਾ ਹਾਈਵੇ ਉਹਨੂੰ ਘੇਰਨਾ। ਉਦੋਂ ਵੱਡੀ ਗਿਣਤੀ ਦੇ ਵਿੱਚ ਲੋਕ ਸਾਡੇ, ਜਿਵੇਂ ਵੱਡੀ ਗਿਣਤੀ ਸਾਡੀ ਵਧੀ ਜਾਊਗੀ, ਉਵੇਂ ਅਸੀਂ ਜਿਹੜੇ ਹੋਰ ਵੀ ਹਾਈਵੇ ਕੋਈ ਰਹਿ ਗਿਆ
ਗਲੀਆਂ ਸੜਕਾਂ ਵੀ ਰਹਿ ਗਈਆਂ, ਪਰ ਚਾਰ ਸਪੇਰੋਂ ਉਹਦੀਆਂ ਇਹ ਸਕੰਜਾ ਕੱਸਣਾ ਦਿੱਲੀ ਤੇ ਇਹੀ ਹੁਣ ਬੇਨਤੀਆਂ ਕਰਦੇ ਆ ਬਾਈ। ਅੱਜ ਅਸੀਂ ਉਧਰ ਜਿਹੜਾ ਹੈਗਾ ਗਾਜੀਪੁਰ ਵਾਲਾ ਉੱਥੋਂ ਆਏ ਆ ਹੋ ਕੇ, ਜਿਹੜਾ ਯੂਪੀ ਵਾਲਾ ਬਾਰਡਰ, ਉੱਥੇ 20 ਕੁਇੰਟਲ ਬਦਾਮ ਉੱਥੇ ਲਿਆ ਕੇ ਵੰਡੇ ਗਏ ਆ ਵੀ ਜਾਣੇ ਇੱਥੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈਗੀ। ਲੋਕ ਮਤਲਬ ਕਿ ਇਸ ਤਰ੍ਹਾਂ ਲੋਕ ਆਪਣੇ ਪਰਿਵਾਰਾਂ ਨੂੰ ਲੈ ਕੇ ਨਾ, ਕਈ ਤਾਂ ਬਾਈ ਮੱਕੜ ਜਿਵੇਂ ਮੇਲਾ ਨਹੀਂ ਲੱਗਿਆ ਹੁੰਦਾ ਐ ਮੇਲੇ ਨੂੰ ਪਰਿਵਾਰਾਂ ਨੂੰ ਦਿਖਾਉਣ ਆਉਂਦੇ ਨੇ। ਜਿਹੜੇ ਪੁਰਾਣੇ ਨੇ ਦਿੱਲੀ 'ਚ ਬੈਠੇ, ਕੋਈ ਆਪਣੇ ਸਿੱਖ ਨੇ, ਕੋਈ ਹਿੰਦੂ ਨੇ, ਪੁਰਾਣੇ ਪੰਜਾਬੀ ਨੇ ਜਿਹੜੇ, ਉਹ ਦਿਖਾਉਣ ਆਉਂਦੇ ਨੇ ਵੀ ਆ ਜਾਓ ਤੁਹਾਨੂੰ ਪੰਜਾਬ ਵਾਲੇ ਦਿਖਾਓ ਕਿਵੇਂ ਮੋਰਚਾ ਗੱਡੀ ਬੈਠੇ ਨੇ, ਉਹਦੇ ਜਵਾਕਾਂ ਨੂੰ ਦਿਖਾਉਣ ਆਉਂਦੇ ਆ। ਕਿਉਂਕਿ ਉਹ ਜਦੋਂ ਦੱਸਦੇ ਨੇ ਜਵਾਕਾਂ ਨੂੰ ਕਿ ਪੰਜਾਬ ਦਾ ਜਾਂ ਇਸ ਕੌਮ ਦਾ ਇਤਿਹਾਸ ਆ ਕਿ ਕਿਵੇਂ ਇਹ ਕੌਮ ਲੜਾਈਆਂ ਲੜਦੀ ਸੀ। ਜਦੋਂ ਬਾਈ ਆ ਤਾਬੂ ਲੱਗੇ ਦੇਖਦੇ ਆ ਨਾ, ਤੇ ਟਰਾਲੀਆਂ ਜਿਹੀਆਂ ਤੇ ਉੱਤੇ ਐ ਜੇ ਬਣਾਇਆ ਹੋਇਆ ਦੇਖਦੇ ਆ, ਤਾਂ ਉਹ ਪੁਰਾਣਾ ਸੀਨ ਜਿਹੜਾ ਕਦੇ ਕਿਤਾਬਾਂ 'ਚ ਪੜ੍ਹਦੇ ਹੋ ਚੇਤੇ ਆ ਜਾਂਦਾ ਕਿ ਜਦੋਂ ਯਾਰ ਸਾਡੇ ਇੱਥੇ ਯੋਧੇ, ਇੱਥੇ ਬਾਬਾ ਬਘੇਲ ਸਿੰਘ ਵਰਗੇ ਜਾਂ ਹੋਰ ਯੋਧੇ ਆ ਕੇ ਐ ਦਿੱਲੀ ਨੂੰ ਘੇਰਦੇ ਸੀ, ਤੰਬੂ ਲਾਉਂਦੇ ਸੀ। ਅੱਜ ਉਹੀ ਸੀਨ ਦੁਬਾਰੇ ਚਿਤਰਿਆ ਜਾ ਰਿਹਾ। ਬਿਲਕੁਲ ਠੀਕ। ਸੋ ਇਹ ਇਸ ਕਰਕੇ ਨਾ ਇਹ ਵੀ ਸਾਨੂੰ ਖੁਸ਼ੀ ਹੁੰਦੀ ਆ, ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਵੀ ਯਾਰ ਮੈਂ ਖੁਸ਼ਕਿਸਮਤ ਆ ਕਿ ਮੈਂ ਇਸ ਜੰਗ ਦਾ ਹਿੱਸਾ। ਸਭ ਤੋਂ ਵੱਡੀ ਤਾਂ ਗੱਲ ਸਾਰਿਆਂ ਨੂੰ ਹੀ ਮਾਣ ਮਹਿਸੂਸ ਹੁੰਦਾ, ਸਾਰਿਆਂ ਨੂੰ ਹਿੱਸਾ, ਸਾਰੇ ਆਪਾਂ ਹਿੱਸਾ ਆ ਜੰਗ ਦਾ। ਬਸ ਜਿਹੜੇ ਰਹਿ ਗਏ ਉਹਨੂੰ ਹਿੱਸਾ ਬਣ ਜਾਓ ਭਰਾਵੋ। ਬਿਲਕੁਲ, ਬਹੁਤ ਧੰਨਵਾਦ। ਆਖਰੀ ਕੋਟ ਤੁਹਾਡਾ। ਬਈ ਮੇਰਾ ਕੋਟ ਤਾਂ ਇਹੀ ਆ, ਦੇਖੋ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਆ ਕਿ ਇਤਿਹਾਸਕ ਵਰਤਾਰਾ ਵਾਪਰ ਰਿਹਾ, ਤੇ ਇਹ ਵਾਹਿਗੁਰੂ ਨੇ ਜਿਹੜਾ ਇਤਿਹਾਸ ਰਚਿਆ, ਇਹਦੇ ਚ ਮਨੁੱਖੀ ਬੁੱਧੀ ਨਹੀਂ ਕੰਮ ਆ ਰਹੀ, ਇਹ ਉਹ ਤੋਂ ਪਰਾਂ ਲੰਘ ਗਈ ਹੈ ਗੱਲ। ਤੇ ਮਨੁੱਖੀ ਬੁੱਧੀ ਦੇ ਨਾਲ ਤਾਂ ਮੈਂ ਵੀ ਗੱਲ ਕਹਿਤੀ ਸੀ ਜਾ ਕੇ। ਸੋ ਐਕਚੁਅਲੀ ਚ ਹੁਣ ਤਾਂ ਵਾਹਿਗੁਰੂ ਤੇ ਭਰੋਸਾ ਰੱਖੀਏ। ਹੁਣ ਤੁਸੀਂ ਵੀ ਅੱਗੇ ਤੋਂ ਓਟ ਵਾਹਿਗੁਰੂ ਤੇ ਛੱਡੋਗੇ? ਨਹੀਂ, ਹਮੇਸ਼ਾ ਹੀ ਹੁੰਦੀ ਆ, ਦੇਖੋ ਹਮੇਸ਼ਾ ਹੀ ਹੁੰਦੀ ਆ। ਤੇ ਜੇ ਕੱਲ ਮੇਰੀ ਕੋਈ ਜਿਵੇਂ ਚਿੰਤਨ ਕੀਤਾ ਸੀ, ਕੋਈ ਗੱਲ ਲੈ ਕੇ ਗਿਆ ਸੀ ਨਾ, ਉਹ ਗੱਲ ਵੀ ਸਾਡੀ ਜਿਹੜੀ ਸੰਗਤ ਆ, ਸਾਡੀਆਂ ਫੌਜਾਂ ਇੱਥੇ ਬੈਠੀਆਂ ਹਨਾ, ਵੀ ਇਹਨਾਂ ਦਾ ਨੁਕਸਾਨ ਨਾ ਹੋ ਜੇ, ਉੱਥੋਂ ਆਈ ਸੀ। ਪਰ ਉਹ ਕਹਿੰਦੇ ਅਸੀਂ ਨੁਕਸਾਨ ਨੂੰ ਕੁਝ ਗਿਣਤੀ ਮਿਣਤੀ ਜੀ ਨਹੀਂ ਲੈ ਕੇ ਆਉਂਦੇ। ਤੁਸੀਂ ਉਹਨਾਂ ਦਾ ਜਜ਼ਬਾ ਤਾਂ ਦੇਖੋ, ਬਾਕਮਾਲ ਆ। ਸੋ ਜਦੋਂ ਸੰਗਤ ਦੀ, ਇਹ ਸੰਗਤ ਦਾ ਫੈਸਲਾ ਹਨਾ, ਗੁਰੂ ਸਾਹਿਬ ਨੇ ਆਪ ਹੀ ਕਿਹਾ, ਸੰਗਤ ਮੇਰਾ ਰੂਪ ਹੈ ਖਾਸ, ਸੰਗਤ ਮੇ ਹੋ ਕਰੋ ਨਿਵਾਸ ਹਨਾ, ਸੰਗਤ ਮੇਰੋ ਪਿੰਡ ਪੁਰਾਣ, ਸੰਗਤ ਮੇਰੀ ਜਾਣ ਕੀ ਜਾਣ, ਸੰਗਤ ਮੇਰੋ ਸੱਜਣ ਸੂਰਾ, ਸੰਗਤ ਮੇਰੋ ਸਤਿਗੁਰ ਪੂਰਾ। ਤਾਂ ਸੰਗਤ ਹੀ ਹੈ ਸਭ ਕੁਝ, ਉਹ ਤੋਂ ਉੱਤੇ ਕੁਝ ਵੀ ਨਹੀਂ ਆ। ਜੋ ਸੰਗਤ ਦੀ ਰਜਾ, ਉਹਦੇ ਤੇ ਹੀ ਪਹਿਰਾ ਦੇਵਾਂਗੇ। ਬਾਈ ਮੱਕੜ, ਮੈਨੂੰ ਨਾ ਹੁਣੇ ਇੱਕ ਸੁਨੇਹਾ ਆਇਆ ਬਾਹਰੋਂ ਮੁੰਡੇ ਦਾ, ਤੇ ਮੈਂ ਯਾਰ ਸੁਣਾ ਦਾਂ ਪੜ੍ਹ ਕੇ, ਬੜੀ ਮਹੱਤਵਪੂਰਨ ਗੱਲ ਹੈ। ਇਹ ਮੁੰਡੇ ਨੇ ਐਡੀਲੇਡ ਤੋਂ ਕੀਤਾ। ਉਹ ਕਹਿੰਦਾ ਬਾਈ ਇੱਥੇ ਨਾ ਸਿਡਨੀ ਦੇ ਵਿੱਚ ਬਹੁਤ ਵੱਡਾ ਇੱਕ ਰੌਲਾ ਪਿਆ ਹੋਇਆ ਵੀ ਪੰਜਾਬ ਤੇ ਹਰਿਆਣੇ ਦੇ ਮੁੰਡੇ ਆਪਸ ਵਿੱਚ ਲੜੀ ਜਾਂਦੇ ਆ। ਅੱਛਾ। ਤਾਂ ਮੈਂ ਉਹਨਾਂ ਭਰਾਵਾਂ ਨੂੰ ਤੁਹਾਡੇ ਰਾਹੀਂ ਸੁਨੇਹਾ ਦੇਣਾ ਚਾਹੁੰਦਾ ਕਿ ਯਾਰ ਦੇਖਿਓ ਕੋਈ ਇਸ ਤਰ੍ਹਾਂ ਦਾ, ਜਿਹੜੇ ਇੱਥੋਂ ਸਰਕਾਰਾਂ ਦੇ ਬੰਦੇ ਵੀ ਛੱਡੇ ਵੇ ਹੁੰਦੇ ਨੇ, ਤੁਹਾਡੇ ਚ ਆਪਸ ਵਿੱਚ ਲੜਾਈ ਪਵਾ ਦੇਣ। ਇੱਥੇ ਭਰਾਵੋ ਇੱਕ ਗੱਲ ਸੁਣ ਲਓ, ਇੱਥੇ ਪੰਜਾਬ ਤੇ ਹਰਿਆਣਾ ਇੱਕ ਹੋਏ ਬੈਠੇ ਆ ਹਰਿਆਣੇ ਵਾਲੇ ਸਾਡੇ ਭਰਾ ਤੜਕੇ ਵੱਡੀਆਂ ਕੈਂਟਰ ਦੇ ਵੱਡੀਆਂ ਮਤਲਬ ਕਿ ਆਹ ਜਿਹੜਾ ਹੁੰਦੀਆਂ ਢੋਲ ਜੇ ਹੁੰਦੇ ਆ, ਲੱਸੀ, ਦੁੱਧ, ਪਿੰਨੀਆਂ ਖੋਏ ਦੀਆਂ, ਪਰੌਂਠੇ, ਮੱਖਣੀ, ਸਾਗ ਨੂੰ ਤੜਕੇ ਲਾ ਕੇ ਹਰਿਆਣੇ ਵਾਲੇ ਭਰਾ ਸਾਡੇ ਲੈ ਕੇ ਆਉਂਦੇ ਨੇ। ਤਾਂ ਮੇਰਾ ਵੀਰੇ, ਤੁਸੀਂ ਜਿਹੜੀ ਆ ਗਲਤੀ ਬਾਹਰ ਬੈਠੇ ਕਰ ਰਹੇ ਹੋ ਨਾ, ਆ ਇੱਥੇ ਪਤਾ ਨਹੀਂ ਤੁਹਾਨੂੰ ਕਿਹੜਾ ਬੰਦਾ ਇਹ ਜਾਣ ਬੁੱਝ ਕੇ ਲੜਾਈ ਜਾਂਦਾਗਾ। ਬਹੁਤ ਸਾਰੇ ਬਾਹਰਲੇ ਮਿਸਲੀਡ ਕਰਦੇ ਆ, ਕਈਆਂ ਨੇ ਪਾਏ ਕਿ ਆਰਐਸਐਸ ਦੇ ਬੰਦੇ ਵਰਦੀਆਂ ਪਾ ਕੇ ਪਹੁੰਚ ਚੁੱਕੇ ਆ ਬਿਨਾਂ ਨੇਮ ਪਲੇਟਾਂ ਤੋਂ। ਹਾਲਾਂਕਿ ਇੱਥੇ ਅਜੇ ਤੱਕ ਇਹੋ ਜੀ ਕੋਈ ਗੱਲ ਨਹੀਂ। ਨਹੀਂ ਬਾਈ ਐਡੇ ਘੋਲ ਦੇ ਵਿੱਚ ਪੰਗਾ ਨਹੀਂ ਕੋਈ ਲੈਂਦਾ। ਮਾ ਸਹੀ ਗੱਲ ਆ ਦੀਪ ਵਾਲੀ, ਸਾਡੇ ਨਹੀਂ ਕੋਈ ਵਿੱਚ ਵੜ ਕੇ ਐ ਪੰਗਾ ਲਊਗਾ। ਹਾਂ, ਉਹ ਗੱਲਾਂ ਠੀਕ ਆ, ਕਿਸੇ ਹੋਰ ਘੋਲ ਘਾਲ ਚ ਵੜ ਕੇ ਹੋਣਗੇ। ਸਾਡੇ ਨਾਲ ਉਹਨੂੰ ਪਤਾ, ਜੇ ਗਾਂ ਸ਼ੇਅਰ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਦਿੰਦੇ ਹੋ, ਉਹਦੀ ਤਸਦੀਕ ਜ਼ਰੂਰ ਕਰ ਲਿਆ ਕਰੋ। ਹਾਂ, ਇਹ ਜ਼ਰੂਰੀ ਹੁੰਦਾ। ਆ ਮੈਂ ਫੇਰ ਦੁਬਾਰਾ ਕਹਿਦਾ ਕਿ ਦੇਖੋ ਮੇਰਾ ਵੀਰੇ, ਇਸ ਤਰ੍ਹਾਂ ਦਾ ਮਾਹੌਲ ਨਾ ਬਾਹਰ ਬਣਾਓ, ਤਾਂ ਕਿ ਤੁਹਾਨੂੰ ਜਿਹੜਾ ਬਾਹਰਲੀਆਂ ਸਰਕਾਰਾਂ ਜਾਂ ਇੱਥੋਂ ਦੀਆਂ ਸਰਕਾਰਾਂ ਤੁਹਾਨੂੰ ਇਹ ਖਬਰਾਂ ਚਲਾਉਣਾ ਸ਼ੁਰੂ ਕਰ ਦੇਣ ਵੀ ਆਹ ਦੇਖੋ ਜੀ ਬਾਹਰ ਆਹ ਹੋ ਗਿਆ, ਉਹਨੂੰ ਬਹਾਨਾ ਇੱਕ ਬਣਾ ਲੈਣ। ਤਾਂ ਅਸੀਂ ਇੱਕ ਐ 66 ਤੋਂ ਬਾਅਦ ਦੋ ਭਰਾ ਅੱਡ ਹੋਏ ਸੀਗੇ, ਅੱਜ ਫੇਰ ਜੱਫੀਆਂ ਪੈ ਗਈਆਂ, ਅਸੀਂ ਇੱਕ ਬਣ ਗਏ। ਅਸੀਂ ਤਾਂ ਪੰਜਾਬ ਤੇ ਹਰਿਆਣਾ ਦੀ ਹੱਦ ਖਤਮ ਕਰਨ ਨੂੰ ਫਿਰਦੇ ਆ। ਇਹਦਾ ਸਾਰਾ ਉਹੀ ਪੁਰਾਣਾ ਪੰਜਾਬ ਚਲਾਉਣ ਨੂੰ ਫਿਰਦੇ ਆ। ਤੁਸੀਂ ਬਾਹਰ ਬੈਠੇ ਯਾਰ ਰੌਲੇ ਪਾਈ ਜਾਂਦੇ ਹੋ। ਕੋਈ ਗੱਲ ਨਹੀਂ, ਇੱਥੇ ਬੜਾ ਪਿਆਰ ਆ, ਕੋਈ ਗੱਲ ਨਹੀਂ। ਮੈਂ ਅੱਧੇ ਪੌਣੇ ਘੰਟੇ ਹਰਿਆਣਾ ਵਾਲਿਆਂ ਕੋਲ ਜਾਣਾ, ਉਹਨਾਂ ਨਾਲ ਵੀ ਤੁਹਾਡੀ ਮੈਂ ਗੱਲਬਾਤ ਕਰਾਉਂਗਾ। ਇੱਕ ਤਾਂ ਲਾਈਵ ਪਾ ਦਿਆ ਜੀ ਉਹਨਾਂ ਦੇ ਨਾਲ, ਵੀਡੀਓ ਪਾ ਦਿਆ ਜੀ ਤਾਂ ਜੋ ਪਤਾ ਲੱਗੇ। ਤੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਨਾਲ ਨੇ ਔਨ 에ਅਰ ਤਕਰੀਬਨ 11 ਦਿਨ ਪੁਰਾਣਾ ਹੈ, ਤੇ 11 ਦਿਨਾਂ ਦੇ ਵਿੱਚ ਸਭ ਤੋਂ ਖੂਬਸੂਰਤ ਤਸਵੀਰ ਪੰਜਾਬ ਦੀ ਤੁਹਾਨੂੰ ਅੱਜ ਇਹ ਦਿਖਾਈਏ ਅਸੀਂ ਕਿ ਦੋਨੋਂ ਨਾਲ ਨੇ। ਬਹੁਤ ਧੰਨਵਾਦ ਬਾਈ। ਆਏ ਆ ਵੀ ਤੁਸੀਂ ਹੁਣੇ ਗੱਲ ਕੀਤੀ ਵੀ ਆਰਐਸਐਸ ਵਾਲੇ ਵਰਦੀਆਂ ਪਾ ਕੇ,
ਜਿਹੜੇ ਆ ਖਾਕੀ ਨਿਕਰਾਂ ਵਾਲੇ ਹੁੰਦੇ ਤੇ ਨਾਲ ਨਿਕਰਾਂ ਵਾਲੇ ਹੁੰਦੇ ਆ ਨਾ, ਜੇ ਕਿਤੇ ਦਿਖ ਗਏ ਇੱਥੇ ਲੋਕਾਂ ਨੇ ਕੁੱਟ-ਕੁੱਟ ਕੇ ਬੰਬਲੀ ਬਣਾ ਦੇਣੀ ਆ। ਸੋ ਇੱਥੇ ਆ ਕੇ ਇੱਥੇ ਪੰਗਾ ਨਹੀਂ ਲੈਣਗੇ ਹੁਣ। ਚਲੋ ਬਹੁਤ ਧੰਨਵਾਦ ਦੋਨਾਂ ਦਾ। ਸੋ ਇਹ ਜਿਸ ਤਰ੍ਹਾਂ ਹਰ ਸੰਘਰਸ਼ ਦੇ ਪੜਾਅ ਹੁੰਦੇ ਆ, ਉਹਦੇ ਰੂਪ ਹੁੰਦੇ ਆ, ਚੀਜ਼ਾਂ ਅਨਫੋਲਡ ਹੁੰਦੀਆਂ ਰਹਿੰਦੀਆਂ, ਫਿਰ ਉਹ ਜੇ ਗਲਤੀਆਂ ਹੁੰਦੀਆਂ ਤਾਂ ਉਹ ਗਲਤੀਆਂ ਤੋਂ ਸਿੱਖਿਆ ਜਾਂਦਾ, ਦਰੁਸਤੀਆਂ ਹੁੰਦੀਆਂ। ਤਾਂ ਦੀਪ ਸਿੱਧੂ ਨੇ ਕੱਲ ਜੋ ਸਟੇਟਮੈਂਟ ਦਿੱਤੀ, ਅੱਜ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਕਿਉਂ ਉਹਨਾਂ ਨੂੰ ਮਹਿਸੂਸ ਹੋਈ ਉਹ ਗੱਲ, ਔਰ ਅੱਜ ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਅਕਾਲ ਪੁਰਖ ਆਪ ਇਸ ਸੰਘਰਸ਼ ਨੂੰ ਚਲਾ ਰਹੇ ਹੈ ਤੇ ਉਹਨਾਂ ਤੇ ਛੱਡ ਦੇਣਾ ਚਾਹੀਦਾ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਸਿੰਘੂ ਬਾਰਡਰ।